ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵੋ, ਵਿਖ ਮਨ ਦੀ ਜਾਏ ਤਰਣੀ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਮੂਹ ਕੀ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਵਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਜਾਤ ਪਹਾਰਾ ਧੀਰਜ ਸੁਨਿਆਰ, ਆਹਰਣ ਮਤ ਵੇਦ ਹਥਿਆਰ। ਜਾਤ ਪਹਾਰਾ ਧੀਰਜ ਸੁਨਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੁਗੋ ਜੁਗੋ ਅਟਲ ਚੌਰ ਤਖਤ ਮਾਲਕ ਦਸਾਂ ਪਾਤਸ਼ਾਹਾਂ ਦੀ ਜਗਦੀ ਜੋਤ ਸ਼ਬਦ ਅਵਤਾਰ। ਗੁਰ ਕੀ ਮਹਿਮਾ ਕਿਆ ਕਹਾਂ, ਗੁਰ ਵਿਵੇਕ ਸਤ ਸਰ। ਉਹ ਆਦਿ ਜੁਗਾਦਿ ਜੁਗਾ ਜੁਗ ਪੂਰਾ ਪਰਮੇਸ਼ਰ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਸਾਰੇ ਮਾਈ ਭਾਈ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੋਈ ਹੈ, ਜਿਨ੍ਹਾਂ ਨੇ ਸਾਨੂੰ ਅਮੋਲਕ ਜਨਮ ਬਖਸ਼ਿਸ਼ ਕੀਤਾ ਹੈ। ਫਿਰਤ ਫਿਰਤ ਪਰਵਾਇਆ, ਪਰਿਆ ਤੋ ਸ਼ਰਨਾਏ। ਫਿਰਦੇ ਫਿਰਦੇ ਪਤਾ ਨਹੀਂ ਕਿੱਥੋਂ ਕਿੱਥੋਂ ਜੀਵ ਜਿਹੜੇ ਆਉਂਦੇ ਹਨ। ਫਿਰਤ ਫਿਰਤ ਪ੍ਰਵਾਇਆ, ਪਰਿਆ ਤੋ ਸਰਨਾਏ। ਗੁਰੂ ਜੀ ਨੇ ਬੇਨਤੀਆਂ ਕਰਨੀਆਂ ਸਿਖਾਈਆਂ, ਭਾਈ ਹੈ ਕਲਯੁਗੀ ਜੁਆਏ ਬੇਨਤੀਆਂ ਕਰੋ। ਗੁਰੂ ਮਹਾਰਾਜ ਆਪ ਅਵਤਾਰ ਸੀਗੇ, ਰੱਬੀ ਜੋਤ ਸੀਗੇ। ਉਹ ਤਾਂ ਸੱਚਖੰਡ ਤੋਂ ਆਏ ਸੀ, ਸੱਚਖੰਡ ਚਲੇ ਜਾਂਦੇ ਹਨ। ਪਰੰਤੂ ਕਲਯੁਗੀ ਜੀਵਾਂ ਦੀ ਹਾਲਤ ਹੁੰਦੀ ਹੈ, ਭਾਈ ਪਤਾ ਨਹੀਂ ਕਿੱਥੋਂ ਕਿਹੜਾ ਕਿੱਥੋਂ ਕਿੱਥੋਂ ਆਇਆ ਹੈ। ਕਈ ਜਨਮ ਪਿਓ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਵਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਵਰੀਆ, ਚਿਰੰਕਾਲ ਇਹਦੇ ਸੰਜਰੀਆ। ਫਿਰਤ ਫਿਰਤ ਪਰਵਾਇਆ, ਫਿਰਦੇ ਫਿਰਦੇ ਪਰਿਆ ਤੋ ਸਰਨਾਏ। ਹੁਣ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਨਾਨਕੀ ਪਰ ਬੇਨਤੀ ਆਪਣੀ ਭਗਤੀ ਲਾਏ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਵਚਨ। ਗੁਰੂ ਅਰਜਨ ਦੇਵ ਮਹਾਰਾਜ ਜੀ ਤਾਂ ਆਪ ਹੀ ਤਰਨ ਗਗਨ ਨਵਖੰਡ ਮੈਂ ਜੋਤ ਸਰੂਪੀ ਰਹਿਓ ਭਰ। ਪਨਮਛ ਰਾਕਸ ਭੇਦ ਨਹੀਂ, ਪਨਮਥ ਰਾਕਸ ਭੇਦ ਨਹੀਂ, ਗੁਰੂ ਅਰਜਨ ਵਰਤਖ ਹਰ। ਜਿਨ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤਾਂ ਜਨਮ ਦੇ ਬ੍ਰਹਮ ਸਰੂਪ ਸੀ ਗੁਰੂ ਅਰਜਨ ਦੇਵ ਜੀ। ਸੋ ਉਹਨਾਂ ਨੇ ਕਿੱਥੋਂ ਆਉਣਾ ਸੀ, ਉਹਨਾਂ ਸੱਚਖੰਡ ਤੋਂ ਆਏ, ਸੱਚਖੰਡ ਚਲੇ ਜਾਂਦੇ ਹਨ। ਸੋ ਅਕਾਲ ਪੁਰਖ ਦੀ ਕਿਰਪਾ, ਮਨੁੱਖਾ ਜਨਮ ਦੀ ਪ੍ਰਾਪਤੀ। ਫਿਰ ਕਿੰਨਿਆਂ ਨੂੰ ਮਨੁੱਖਾ ਜਨਮ ਤਾਂ ਮਿਲਿਆ, ਪਰੰਤੂ ਉਹਨਾਂ ਦਾ ਜਨਮ ਪਸ਼ੂਆਂ ਤੋਂ ਜ਼ਿਆਦਾ ਚੰਗਾ ਨਹੀਂ ਹੈ।
ਪਸ਼ੂਆਂ ਵਾਂਗੂ ਬੀਤਦਾ ਉਹਨਾਂ ਦਾ, ਸਗੋਂ ਪਸ਼ੂਆਂ ਨਾਲ ਵੀ ਭੈੜਾ ਬੀਤਦਾ ਹੈ। ਕੋਈ ਸੰਗਤ ਨਹੀਂ, ਕੋਈ ਭਜਨ ਨਹੀਂ, ਕੋਈ ਪਾਠ ਨਹੀਂ, ਕੋਈ ਸਿਮਰਨ ਨਹੀਂ, ਕੋਈ ਗਿਆਨ ਨਹੀਂ, ਕੁਛ ਵੀ ਨਹੀਂ ਜ਼ਿੰਦਗੀ। ਪੇਟ ਭਰਿਓ ਪਸ਼ੂਆਂ ਜਿਉਂ ਸੋਇਓ। ਸੋ ਜਿਨ੍ਹਾਂ ਨੂੰ ਸੰਗਤ ਮਿਲਦੀ ਹੈ, ਗੁਰੂ ਦਾ ਦਰਬਾਰ ਮਿਲਦਾ, ਗੁਰੂ ਦੀ ਸ਼ਰਨ ਮਿਲਦੀ ਹੈ, ਅਤੇ ਉਹ ਭਾਗਾਂ ਵਾਲੇ ਹੁੰਦੇ ਹਨ। ਫਿਰ ਅੰਮ੍ਰਿਤ ਵੇਲਾ ਬਹੁਤ ਵੱਡੀ ਚੀਜ਼ ਹੈ। ਅੰਮ੍ਰਿਤ ਵੇਲੇ ਕਾ ਬੀਜਿਆ ਭਗਤ ਖਾਏ, ਖਰਚ ਰਹੇ ਨਕੁਟੈ ਨਾਏ। ਅੰਮ੍ਰਿਤ ਵੇਲੇ ਦੀ ਬਾਣੀ ਫਿਰ ਜਪਜੀ ਸਾਹਿਬ, ਸ੍ਰੀ ਆਸਾ ਜੀ ਦੀ ਵਾਰ। ਇਸ ਕਰਕੇ ਚੰਗੇ ਭਾਗਾਂ ਦੀ ਨਿਸ਼ਾਨੀ ਹੈ ਜੋ ਤੁਸੀਂ ਸ੍ਰੀ ਜਪਜੀ ਸਾਹਿਬ ਜੀਆਂ ਦੇ ਅਰਥਾਂ ਸਮੇਤ, ਵਿਚਾਰ ਸਮੇਤ ਜੋ ਸਰਵਣ ਕੀਤਾ ਹੈ। ਕਿੰਨੇ ਹੀ ਰੋਜ਼ ਤੋਂ ਕੀਰਤਨ, ਗੁਰੂ ਦਾ ਦੀਦਾਰ, ਸਿਮਰਨ ਅਤੇ ਸ੍ਰੀ ਜਪਜੀ ਸਾਹਿਬ ਜੀਆਂ ਦੀ ਵਿਚਾਰ, 37ਵੀਂ ਪੌੜੀ ਦੀ ਵਿਚਾਰ ਜਿਹੜੀ ਹੈ ਹੋ ਚੁੱਕੀ ਹੈ। 38 ਪੌੜੀਆਂ ਨੇ ਸ੍ਰੀ ਜਪਜੀ ਸਾਹਿਬ ਦੀਆਂ। ਸੋ 38ਵੀਂ ਪੌੜੀ ਦੀ ਵਿਚਾਰ ਅੱਜ ਜੋ ਹੈ ਸਰਵਣ ਕਰੋ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਜਪਜੀ ਸਾਹਿਬ ਦੇ ਅੰਦਰ ਕਿੱਡੀ ਗਹਿਰ ਗੰਭੀਰ ਜਿਹੜੀ ਇਹ ਬਾਣੀ ਹੈ, ਕਿਰਪਾ ਕੀਤੀ ਹੈ, ਜੋ ਇੱਕ ਕਹਾਣੀ ਦੀ ਤਰ੍ਹਾਂ ਨਹੀਂ ਚੱਲਦੀ ਹੈ। ਇੱਕ ਇੱਕ ਤੁਕ, ਇੱਕ ਇੱਕ ਪੌੜੀ, ਉਹਦੇ ਅੰਦਰ ਅਲੱਗ ਅਲੱਗ ਹੀ ਜਿਹੜਾ ਹੈਗਾ, ਇਹ ਜ਼ਰੂਰੀ ਨਹੀਂ ਹੈ ਇੱਕ ਦੂਸਰੀ ਜਿਹੜੀ ਪੌੜੀ ਹੈ ਦੂਜੀ ਪੌੜੀ ਦੇ ਨਾਲ ਉਹਦਾ ਪ੍ਰਕਰਨ ਰਲੇ। ਅਲੱਗ ਅਲੱਗ ਜਿਹੜੀਆਂ ਮਹਾਰਾਜ ਨੇ ਇਹ ਬਖਸ਼ਿਸ਼ ਕੀਤੀ ਹੈ, ਪਰੰਤੂ ਹੈ ਜਪਜੀ ਸਾਹਿਬ ਇੱਕੋ ਹੀ। ਸੋ ਸਭ ਨਾਮ ਦੀ ਵਿਚਾਰ ਹੈ, ਅਕਾਲ ਪੁਰਖ ਦੀ ਵਿਚਾਰ ਹੈ। ਪਿੱਛੇ 5 ਖੰਡਾਂ ਦਾ ਵਰਣਨ ਜਿਹੜਾ ਹੈ ਸਰਵਣ ਕਰ ਚੁੱਕੇ ਹੋ ਕਿ ਜਿਵੇਂ ਕਰੋੜਾਂ ਬ੍ਰਹਿਮੰਡ ਹਨ, ਇਸੇ ਤਰ੍ਹਾਂ 5 ਖੰਡ ਵੀ ਜਿਹੜੇ ਹਨ ਅਦੁੱਤੀ ਹਨ, ਦਿਵ ਹਨ, ਦਿਵ ਖੰਡ ਹਨ ਉਹ। ਅਤੇ ਉਹ ਉਸ ਦੇਸ਼ ਦੇ, ਉਸ ਮੰਡਲ ਦੇ ਖੰਡਾਂ ਦੇ ਵਾਸੀ ਦਿਵ ਰੂਹਾਂ ਹੋ ਜਾਂਦੀਆਂ। ਤਿੱਥਾ ਸੀਤੋ ਸੀਤਾ ਮਹਿਮਾਮਾ ਤਾਂ ਕਿ ਰੂਪ ਨਾ ਕਥਨੇ ਜਾ, ਪਰਮਾਤਮਾ ਨਾਲ ਰੰਗੀਆਂ ਰੂਹਾਂ। ਧਰਮਖੰਡ ਦੇ ਵਿੱਚ ਤਾਂ ਫਿਰ ਜਾਣਾ ਹੀ ਹੈ, ਮਰ ਕੇ ਧਰਮਖੰਡ ਵਿੱਚ ਜਾਣੇ। ਕਈ ਤਾਂ ਬਹੁਤ ਤਾਂ ਉੱਤੇ ਵੀ ਨਹੀਂ ਜਾਂਦੇ, ਇੱਥੇ ਫਿਰੀ ਜਾਂਦੇ ਹਨ, ਅੱਗੇ ਅੱਗੇ ਜੂਨਾਂ 'ਚ ਪੈ ਜਾਂਦੇ ਹਨ। ਪਤਾ ਨਹੀਂ ਕਿੱਧਰ ਕਿੱਧਰ ਜਿਹੀ ਸੁਰਤ ਤੇ ਰਾਜਾ ਆਏ, ਸਾਰੇ ਵੀ ਨਹੀਂ ਜਾਂਦੇ ਉੱਥੇ। ਇਹ ਵਾਹਿਗੁਰੂ ਦੀ ਆਪਣੀ ਮਰਜ਼ੀ ਹੈ, ਕਿਹਦੇ ਕਰਮ ਗਤੀ ਕਿਸ ਦੀ ਕਿਸ ਤਰ੍ਹਾਂ ਦੀ ਹੈ। ਸੋ ਜਿੱਥੇ ਕਰਮੀ ਕਰਮੀ ਹੋਈ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਕਰਮਾਂ ਦੇ ਹਿਸਾਬ ਕਿਤਾਬ ਹੁੰਦੇ ਹਨ ਜਿੱਥੇ। ਉਹ ਪਰਮਾਤਮਾ ਦਾ ਦਰਬਾਰ ਸੱਚਾ ਹੈ, ਉਹਦਾ ਨਿਆਂ ਵੀ ਸੱਚਾ ਹੈ। ਸੱਚਾ ਨਿਆਂ ਕਰੇ ਕਰਤਾਰ। ਧਰਮਖੰਡ ਦਾ ਵਰਣਨ। ਫਿਰ ਅੱਗੇ ਸਰਵਣ ਕੀਤਾ ਸੀ ਗਿਆਨ ਖੰਡ, ਜਿੱਥੇ ਗਿਆਨ ਦਾ ਹੀ ਉਘਾੜ ਹੋ ਜਾਂਦਾ ਹੈ। ਇਤਨਾ ਗਿਆਨ ਦਿਵ ਦ੍ਰਿਸ਼ਟ ਖੁੱਲ੍ਹ ਜਾਂਦੀ ਹੈ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥਾ ਨਾਦ ਬਨੋਦ ਕੋੜ ਆਨੰਦ। ਉਹ ਆਨੰਦ ਜਿਹੜੇ ਹਨ, ਅਨਹਦ ਨਾਦ ਖੁੱਲ੍ਹਦੇ ਹਨ। ਸਰਵਖੰਡ, ਫਿਰ ਸਰਵਖੰਡ ਤੱਕ ਜਿਨ੍ਹਾਂ ਦੀ ਰਿਹਾਈ ਹੈ। ਸਰਵਖੰਡ ਕੀ ਬਾਣੀ ਰੂਪ, ਸਰਵਖੰਡ ਕੀ ਬਾਣੀ ਰੂਪ। ਤਿੱਥਾ ਘਾਟ ਘੜੀ ਹੈ ਬਹੁਤ, ਉਪਮਾ ਤੋਂ ਰਹਿ ਤੇ ਘਾਟ ਤੇ ਘੜੀ ਜਾਂਦੀ ਹੈ। ਮਨ ਹੀ ਹੋਰ, ਬੁੱਧੀ ਹੋਰ, ਅੰਤਸ਼ਕਰਨ ਜਿਹੜਾ ਹੈ ਤਬਦੀਲ ਹੋ ਜਾਂਦਾ, ਬਦਲ ਜਾਂਦਾ ਹੈ, ਸਾਰਾ ਸਰੂਪ ਹੀ ਬਦਲ ਜਾਂਦਾ ਹੈ। ਇੱਥੇ ਤਾਂ ਸਾਡਾ ਜਿਹੜਾ ਸਰੂਪ ਹੈ ਇਹ ਹੋਰ ਤਰ੍ਹਾਂ ਦਾ ਹੈ। 5 ਤੱਤਾਂ ਦਾ ਇੱਕ ਪੁਤਲਾ ਹੈ ਭਾਈ। ਜੇ ਸੂਖਸ਼ਮ ਸਰੀਰ ਵੀ ਹੈ ਫਿਰ ਉਹ ਵੀ ਔਗੁਣ ਪਾਪ ਪਤਾ ਨਹੀਂ ਕੀ ਕੀ ਨੇ। ਉੱਥੇ ਜਿਹੜੀਆਂ ਘਾੜਤਾਂ ਨਵੀਆਂ ਘੜੀਆਂ ਜਾਂਦੀਆਂ ਨੇ। ਸਰੂਪ ਉਹ ਸੁੰਦਰ ਸਰੂਪ, ਜੋਤੀ ਸਰੂਪ ਅਤੇ ਦਿਵ ਸਰੂਪ ਧਾਰਨ ਕਰ ਲੈਂਦੇ ਹਨ। ਤਿੱਥਾ ਘਾੜਤ ਘੜੀਆ ਬਹੁਤ ਨੁਕਤਾ ਕੀਆਂ ਗੱਲਾਂ ਕਥੀਆਂ ਨਾ ਜਾਏ। ਕਥਨ ਵਿੱਚ ਨਹੀਂ ਆਉਂਦੀਆਂ ਉਹ ਗੱਲਾਂ। ਕਹਿ ਕੋ ਸੇਵਾ ਨਹੀਂ ਦੇਖਾ ਹੀ ਪ੍ਰਵਾਨ। ਉਹ ਦੇਖਾ ਹੀ ਪ੍ਰਵਾਨ ਹੈ। ਇਸ ਸੰਸਾਰ ਦੇ ਵਿੱਚ ਕੋਈ ਸ਼ਬਦ ਨਹੀਂ ਹੈਗੇ, ਉਦਾਹਰਨਾਂ ਨਹੀਂ ਹੈਗੀਆਂ ਜਿਹਦੇ ਨਾਲ ਉਹਨਾਂ ਦਾ ਵਰਣਨ ਕੀਤਾ ਜਾ ਸਕੇ।
ਕਹਿਬ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਤਾਂ ਕਿ ਗੱਲਾਂ ਕਥੀਆਂ ਨਾ ਜਾਏ। ਜੇ ਕੋ ਕਹਿ ਪਿੱਛਾ ਪਛਤਾਏ, ਜੇ ਕੋਈ ਹਿੰਮਤ ਕਰੇ ਤਾਂ ਫਿਰ ਪਛਤਾਉਣਾ ਪੈਂਦਾ ਪੂਰਾ, ਕਥਨ ਨਹੀਂ ਕੀਤਾ ਜਾ ਸਕਦਾ। ਤਾਂ ਗੁਰੂ ਬਾਬਾ ਜੀ ਨੇ ਕਿਰਪਾ ਕੀਤੀ ਹੈ, ਨਾਲ ਕਹਿ ਵੀ ਦਿੱਤਾ ਹੈ ਕਥੀਆਂ ਨਹੀਂ ਜਾਂਦੀਆਂ ਹੈ। ਤਾਂ ਕਿ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹਿ ਪਿੱਛਾ ਪਛਤਾਏ, ਤਿਥਾ ਘੜੀਐ ਸੁਰਤ ਮਤ ਮਨ ਬੋਧ, ਤਿਥਾ ਘੜੀਐ ਸੁਰਾ ਸਦਾ ਕੀ ਸੁਧ, ਦੇਵਾ ਵਾਲੀ ਸਿੱਧਾਂ ਵਾਲੀ ਜਿਹੜੀ ਹੈ ਘੜੀ ਜਾਂਦੀ ਹੈ। ਸੁਰਤ ਮਤ ਮਨ ਸੁਰਾ ਸਦਾ ਕੀ ਸੁਧ, ਕਰਮ ਖੰਡ ਕੀ ਬਾਣੀ ਜੋ, ਤਿੱਥਾ ਹੋਰ ਨਾ ਕੋਈ ਹੋਰ। ਕਰਮ ਖੰਡ ਦੇ ਵਿੱਚ ਫਿਰ ਬਾਣੀ ਜੋਰ, ਤੇ ਉਹਦੀ ਪ੍ਰਧਾਨਤਾ ਬਾਣੀ ਜੋਰ, ਆਤਮ ਬਲ ਆਤਮ ਸ਼ਕਤੀ। ਕਰਮ ਖੰਡ ਕੀ ਬਾਣੀ ਜੋਰ, ਤਿੱਥਾ ਹੋਰ ਨਾ ਕੋਈ ਹੋਰ। ਉੱਥੇ ਹੋਰ ਨਹੀਂ ਕੋਈ ਜਾਂਦਾ, ਜਣਾ ਖਣਾ ਨਹੀਂ ਕੋਈ ਰੂਹ ਚਲੀ ਜਾਂਦੀ ਹੈ ਉੱਥੇ। ਨਾਮ ਪਰੋਤੀਆਂ ਰੂਹਾਂ ਨੇ ਜਿਹੜੀਆਂ, ਨਾਮ ਬਿਆਸੀ ਰੂਹਾਂ ਨੇ ਜਿਹੜੀਆਂ, ਜਿਨ ਕੋ ਨਦਰ ਕਰ ਮੰਦਰ ਕਾ, ਜਿਨ੍ਹਾਂ ਤੇ ਨਦਰ ਹੈ, ਬਖਸ਼ਿਸ਼ ਹੈ, ਕਿਰਪਾ ਹੈ। ਕਰਮ ਖੰਡ ਕੀ ਬਾਣੀ ਜੋ, ਤਿੱਥਾ ਹੋਰ ਨਾ ਕੋਈ ਹੋਰ। ਤਿੱਥਾ ਜੋਧ ਮਹਾਬਲ ਸੋ ਜੋਧੇ, ਉਹ ਮਹਾਬਲੀ ਸੂਰਮੇ ਜਿਨ੍ਹਾਂ ਨੇ ਮਨ 'ਤੇ ਜਿੱਤ ਪ੍ਰਾਪਤ ਕੀਤੀ ਹੈ, ਜਿਨ੍ਹਾਂ ਨੇ ਆਪਣੇ ਇੰਦਰੀਆਂ 'ਤੇ ਜਿੱਤ ਪ੍ਰਾਪਤ ਕੀਤੀ ਹੈ। ਸਰੀਰਕ ਇੰਦਰੀਆਂ 'ਤੇ, ਜ਼ਬਾਨ 'ਤੇ, ਪੰਜੇ ਇੰਦਰੀਆਂ 'ਤੇ, ਇੰਦਰੀ ਜਿੱਤ ਜਿਨ੍ਹਾਂ ਨੂੰ ਕਹਿੰਦੇ ਨੇ, ਇੰਦਰੀਆਂ 'ਤੇ ਜਿੱਤ ਪ੍ਰਾਪਤ ਕੀਤੀ ਹੈ। ਜੋਧੇ ਮਹਾਬਲੀ ਸੂਰਮੇ, ਉੱਥੇ ਜੈ ਜੈਕਾਰ ਹੁੰਦੀ ਹੈ ਉਹਨਾਂ ਦੀ। ਉਹਨਾਂ ਖੰਡਾਂ ਮੰਡਲਾਂ ਦੇ ਵਿੱਚ ਜਿਹੜੀ ਰੂਹ ਆਤਮ ਜਿੱਤ ਪ੍ਰਾਪਤ ਕਰਕੇ ਜਾਂਦੀ ਹੈ, ਮਨ ਨੂੰ ਜਿੱਤ ਕੇ ਜਾਂਦੀ ਹੈ। ਜਿੱਥੇ ਇੱਥੇ ਆਪਣਾ ਕੋਈ, ਜਿਵੇਂ ਕਿਸੇ ਦੀ ਜੈ ਜੈਕਾਰ ਹੁੰਦੀ ਹੈ ਨਾ, ਕੋਈ ਕੁਛ ਜਿੱਤ ਕੇ ਆਵੇ, ਵਾਹ ਵੀ ਵਾਹ ਫਲਾਣਾ ਬੜੀ ਡਿਗਰੀ ਕਰਕੇ ਆਇਆ ਹੈ, ਫਲਾਣਾ ਇਹ ਪਾਸ ਕਰਕੇ ਆਇਆ, ਭਾਈ ਇਹ ਫਲਾਣਾ ਇਹ ਕੰਮ ਕਰਕੇ ਆਇਆ ਹੈ, ਕੋਈ ਬੜੀ ਮੱਲ ਮਾਰ ਕੇ ਆਇਆ ਹੈ। ਅਤੇ ਪ੍ਰਭੂ ਦੀ ਦਰਗਾਹ 'ਚ ਤਾਂ ਫਿਰ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ, ਜਿਹੜੇ ਮਨ ਨੂੰ ਜਿੱਤ ਕੇ ਜਾਂਦੇ ਹਨ, ਪ੍ਰਭੂ ਦੇ ਨਾਮ ਦੀਆਂ ਕਮਾਈਆਂ ਕਰਕੇ ਜਾਂਦੇ ਹਨ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਤਿੱਥਾ ਸੋਹਨ ਪੰਜ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ। ਸੋ ਤਿੱਥਾ ਹੋਰ ਨਾ ਕੋਈ ਹੋਰ। ਤਿੱਥਾ ਜੋਧ ਮਹਾਬਲ ਸੂਰ, ਉਹ ਮਹਾਬਲੀ ਸੂਰਮੇ ਜਿਹੜੇ ਹਨ, ਨਿਰਭੈ ਹੋ ਚੁੱਕੇ। ਤਿੱਥਾ ਜੋਧ ਮਹਾਬਲ ਸੋ, ਤਿਨ ਮੈਂ ਰਾਮ ਰਹਿਆ ਭਰਪੂਰ। ਉਹਨਾਂ ਦੇ ਅੰਦਰ ਫਿਰ ਹੋਰ ਨਹੀਂ ਕੁਛ ਰਹਿ ਜਾਂਦਾ। ਤੂੰ ਤੂੰ ਕਰਤਾ ਤੂੰ ਹੂੰ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਜਿਨ੍ਹਾਂ ਦੇ ਅੰਦਰ ਇੱਕ ਰਾਮ ਹੀ ਰਾਮ ਰਵਿਆ ਹੁੰਦਾ ਹੈ, ਰੋਮ ਰੋਮ ਦੇ ਵਿੱਚ, ਜਿਨ੍ਹਾਂ ਦੇ ਅੰਦਰ, ਜਿਨ੍ਹਾਂ ਦੇ ਰੋਮ ਰੋਮ ਦੇ ਅੰਦਰ ਰਾਮ ਵਸ ਗਿਆ ਹੈ। ਤੇ ਮੈਂ ਰਾਮ ਰਿਹਾ ਭਰਪੂਰ, ਤਾਂ ਸੀਤੋ ਸੀਤਾ ਮਾਂ ਮੈਂ ਮਾਹੇ, ਤਾਂ ਕਿ ਰੂਪ ਨ ਕਥਨੇ ਜਾਏ, ਨਾ ਹੋਏ ਮਰੈ ਨਾ ਠਾਗੇ ਜਾਏ। ਉਹ ਫਿਰ ਬਾਹਰ ਹੋ ਜਾਂਦੇ ਨੇ ਮਰਨ ਦੀਆਂ ਗੱਲਾਂ ਤੋਂ, ਠੱਗਣ ਦੀਆਂ ਗੱਲਾਂ ਤੋਂ। ਉਹਨਾਂ ਨੂੰ ਕੋਈ ਕਾਮ ਕ੍ਰੋਧ ਲੋਭ ਹੰਕਾਰ ਨਹੀਂ ਠੱਗ ਸਕਦਾ। ਦੁਨਿਆਵੀ ਤਾਂ ਠੱਗਾਂ ਦੀਆਂ ਕਿਹੜੀਆਂ ਗੱਲਾਂ ਨੇ, ਇਹ ਵੱਖਰੀਆਂ ਚੀਜ਼ਾਂ ਹਨ, ਪਰੰਤੂ ਉਹਨਾਂ ਨੂੰ ਉਹ ਨਹੀਂ ਠੱਗ ਸਕਦੇ ਹਨ। ਮਨ ਨਹੀਂ ਜਿਹੜਾ ਹੈ ਠੱਗ ਸਕਦਾ। ਨਾ ਹੋਏ ਮਰੈ ਨਾ ਠਾਗੀ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੀ। ਮਨ ਦੇ ਵਿੱਚ ਫਿਰ ਰਾਮ ਹੀ ਵਸ ਜਾਂਦਾ, ਪਰਮੇਸ਼ਰ ਦਾ ਨਾਮ ਹੀ ਵਸ ਗਿਆ ਫਿਰ ਮਨ ਦੇ ਵਿੱਚ, ਹੋਰ ਦੂਸਰੀ ਗੱਲ ਹੀ ਨਹੀਂ ਹੈ ਕੋਈ। ਨਾ ਹੋਏ ਮਰੈ ਨਾ ਠਾਗੇ ਜਾਏ, ਜਿਨ ਕਾ ਰਾਮ ਵਸੈ ਮਨ ਮਾਹੀ। ਤਿੱਥਾ ਭਗਤ ਵਸੈ ਹੈ ਕੇਲੋ, ਉਹ ਭਗਤ ਲੋਕ ਹੀ ਵਸਦੇ ਉੱਥੇ ਨੇ, ਭਗਤਾਂ ਦੇ ਲੋਕ, ਉਹ ਪ੍ਰਕਾਸ਼ ਸਰੂਪ ਅਣਗਿਣਤ। ਤਿੱਥਾ ਭਗਤ ਵਸੈ ਕੇਲੋ, ਗ੍ਰਹਿ ਆਨੰਦ ਸੱਚਾ ਮਨ ਸੋਏ। ਆਨੰਦ ਹੀ ਆਨੰਦ ਆ, ਉੱਥੇ ਕੋਈ ਗਮ ਨਹੀਂ ਹੈ, ਉੱਥੇ ਕੋਈ ਦੁੱਖ ਨਹੀਂ ਹੈ, ਉੱਥੇ ਕੋਈ ਤਕਲੀਫ ਨਹੀਂ ਹੈ, ਉੱਥੇ ਕੋਈ ਪਛਤਾਵਾ ਨਹੀਂ ਹੈ। ਉੱਥੇ ਤਾਂ ਗ੍ਰਹਿ ਆਨੰਦ ਸੱਚਾ ਮਨ ਸੋਏ। ਸੱਚਾ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਨਾਲ ਜੁੜ ਕੇ ਹੀ ਆਨੰਦ ਆ। ਗ੍ਰਹਿ ਆਨੰਦ ਸੱਚਾ ਮਨ ਸੋਏ। ਅੱਗੇ ਸੱਚਖੰਡ ਵਸੈ ਨਿਰੰਕਾਰ, ਸੱਚਖੰਡ ਵਸੈ ਨਿਰੰਕਾਰ। ਉਹ ਸੱਚੇ ਖੰਡ ਦੇ ਵਿੱਚ ਨਿਰੰਕਾਰ ਦਾ ਵਾਸਾ ਹੈ, ਨਿਰੰਕਾਰ ਵਸਦਾ ਹੈ ਸੱਚੇ ਖੰਡ ਦੇ ਵਿੱਚ। ਉਹ ਕਿਸੇ ਖੰਡ ਵਿੱਚ ਕੋਈ ਹੈ, ਕਿਸੇ ਖੰਡ ਵਿੱਚ ਕੋਈ ਹੈ। ਧਰਮ ਖੰਡ ਦੇ ਵਿੱਚ ਤਾਂ ਕਿੰਨੇ ਹੀ ਲੋਕ ਨੇ। ਉੱਥੇ ਧਰਮ ਖੰਡ 'ਚ ਨਰਕਾਂ ਸਵਰਗਾਂ ਦਾ ਕੋਈ ਅੰਤ ਨਹੀਂ ਹੈ।
ਕੁੰਭੀ ਨਰਕਾਂ ਤੱਕ ਉੱਥੇ ਭੁਗਤਾਏ ਜਾਂਦੇ ਹਨ। ਜਾਂ ਫਿਰ ਇਹੋ ਜਿਹੇ ਵੀ ਖੰਡ ਨੇ ਨੀਚ ਤੋਂ ਨੀਚ ਜਿਹੜੀ ਹਨ ਜਗ੍ਹਾਵਾਂ ਹਨ। ਸੋ ਪਰੰਤੂ ਭਗਤ ਲੋਕਾਂ ਦੇ ਗੁਰੂਪੁਰੀਆਂ ਨੇ ਜਿਹੜੀਆਂ, ਗੁਰੂਆਂ ਦੀਆਂ ਪੁਰੀਆਂ, ਬੈਕੁੰਠ ਨਗਰ ਨੇ ਜਿਹੜੇ ਸੰਤਪੁਰੀਆਂ, ਬ੍ਰਹਮਪੁਰੀ, ਸ਼ਿਵਪੁਰੀ ਵੀ, ਇੰਦਰਪੁਰੀ, ਇਹ ਵੀ ਪੁਰੀਆਂ ਹੈਗੀਆਂ ਅਲੱਗ। ਇੰਦਰ ਲੋਕ, ਬ੍ਰਹਮ ਲੋਕ ਜਿਨ੍ਹਾਂ ਨੂੰ ਕਹਿੰਦੇ ਨੇ, ਇੰਦਰ ਲੋਕ, ਬ੍ਰਹਮ ਲੋਕ, ਵਿਸ਼ਨਪੁਰੀ, ਬ੍ਰਹਮਪੁਰੀ, ਇਹ ਵੱਖਰੇ ਵੱਖਰੇ ਸਭ ਸਥਾਨ ਨੇ ਭਾਈ। ਪਰੰਤੂ ਸੱਚਖੰਡ ਵਸੈ ਨਿਰੰਕਾਰ। ਨਿਰੰਕਾਰ ਜੋ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਉਹ ਸੱਚਖੰਡ ਵਿੱਚ ਵਸਦਾ, ਜਿਹਦਾ ਕਦੇ ਵਿਨਾਸ਼ ਨਹੀਂ ਹੁੰਦਾ ਹੈ। ਦੂਸਰੀਆਂ ਪੁਰੀਆਂ ਸਭ ਪੁਰੀਆਂ ਵਿਨਸਣ ਵਾਲੀਆਂ ਨੇ। ਇੰਦਰਪੁਰੀ, ਬ੍ਰਹਮਪੁਰੀ ਸਭ ਵਿਨਸ ਜਾਂਦੀਆਂ ਨੇ। ਕਾਲ ਪਾਏ ਬ੍ਰਹਮਾ ਬਪਦਰਾ, ਕਾਲ ਪਾਏ ਸ਼ਿਵ ਜੀ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਕਾਲ ਦੇ ਵਿੱਚ ਹੈ ਸਾਰਾ ਕੁਛ, ਕਾਲ ਦਾ ਤਮਾਸ਼ਾ ਹੈ। ਪਰੰਤੂ ਕਾਲ ਤੋਂ ਰਹਿਤ ਹੈ ਉਹ ਅਕਾਲ, ਅਕਾਲ ਪੁਰਖ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਕਰ ਕਰਕੇ ਵੇਖਦਾ ਹੈ ਤੇ ਨਦਰੋਂ ਨਦਰ ਨਿਹਾਲ ਕਰਦਾ ਆਪਣੇ ਭਗਤਾਂ ਨੂੰ। ਨਦਰ ਉਹਨਾਂ 'ਤੇ ਪੈਂਦੀ ਹੈ। ਨਦਰੋਂ ਨਦਰ ਦੇਖ ਦੇਖ ਕੇ ਵਿਕਸਦਾ ਹੈ, ਖਿੜਦਾ ਹੈ, ਆਨੰਦਿਤ ਹੁੰਦਾ ਹੈ। ਕਰ ਕਰ ਵੇਖੈ ਨਦਰ ਨਿਹਾਲ, ਤਿਥੈ ਖੰਡ ਮੰਡਲ ਮਰ ਭੰਡ। ਉੱਥੇ ਫਿਰ ਸੁਰਤੀ ਬਿਰਤੀ ਦਾ ਇੰਨਾ ਉਗਾੜ ਹੋ ਜਾਂਦਾ, ਸਾਰੇ ਖੰਡ ਮੰਡਲ ਬ੍ਰਹਿਮੰਡ ਸੰਸਾਰ ਉਹਨਾਂ ਨੂੰ ਨਜ਼ਰੀ ਆਉਂਦਾ ਹੈ, ਉਹਨਾਂ ਦੀ ਦ੍ਰਿਸ਼ਟੀ ਗੋਚਰ ਹੁੰਦਾ ਸਾਰਾ ਕੁਛ। ਸੱਚਖੰਡ ਵਾਸੀਆਂ ਨੂੰ, ਸੱਚਖੰਡ ਵਾਸੀ ਰੂਹਾਂ ਨੂੰ, ਉਹਨਾਂ ਤੋਂ ਨਹੀਂ ਛੁਪਿਆ ਕੁਛ ਰਹਿੰਦਾ। ਫਿਰ ਤਿੱਥੈ ਖੰਡ ਮੰਡਲ ਮਰ ਭੰਡ, ਜੇ ਕੋ ਕਥੈ ਤਾਂ ਅੰਤ ਨ ਅੰਤ। ਪਰੰਤੂ ਕਥਨ ਵਿੱਚ ਹੀ ਨਹੀਂ ਆਉਂਦਾ ਅੰਤ, ਅੰਤ ਦਾ ਵੀ ਅੰਤ ਨਹੀਂ ਕੋਈ ਹੈ ਉੱਥੇ, ਕੋਈ ਅੰਤ ਹੀ ਨਹੀਂ ਹੈ। ਜੇ ਕੋ ਕਥਾ ਤਾਂ ਅੰਤ ਨਾ ਅੰਤ। ਅੱਗੇ ਤਿਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਉੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ, ਲੋ ਲੋ ਆਕਾਰ। ਤੇ ਭਗਤਾਂ ਦਾ ਵੀ ਕੋਈ ਅੰਤ ਨਹੀਂ ਹੈ, ਅਣਗਿਣਤ ਹੈ। ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਜਿਵੇਂ ਜਿਵੇਂ ਉਸ ਦਾ ਹੁਕਮ ਹੁੰਦਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਵੇਖਾ ਵਿਕਸੈ ਕਰ ਵਿਚਾਰ, ਵੇਖਦਾ, ਵਿਕਸਦਾ, ਖਿੜਦਾ, ਆਨੰਦਿਤ ਹੁੰਦਾ ਹੈ ਭਗਤਾਂ ਨੂੰ ਦੇਖ ਕੇ। ਵੇਖਾ ਵਿਕਸਾ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਕਥਨ ਦੇ ਵਿੱਚ ਨਹੀਂ ਆਉਂਦਾ ਹੈ, ਕਰੜਾ ਸਾਰ ਹੈ, ਸਖਤ ਹੈ ਉਹ। ਸਾਰ ਤੱਤ ਹੈ, ਨਾਨਕ ਕਥਨਾ ਕਰੜਾ ਸਾਰ। ਇੱਕ ਸਾਰ ਸੋ ਲੋਹੇ ਨੂੰ, ਸਰਬ ਲੋਹ ਨੂੰ ਵੀ ਕਹਿੰਦੇ ਹਨ, ਜਿਹਦੇ ਵਿੱਚ ਤੱਤ ਬਚਿਆ ਹੋਇਆ। ਨਾਨਕ ਕਥਨਾ ਕਰੜਾ ਸਾਰ, ਕਰੜਾ ਬੜਾ ਸਖਤ ਹੈ, ਜਿਵੇਂ ਇੱਕ ਸੋਨਾ ਜਿਹੜਾ ਹੈਗਾ ਬਚ ਜਾਂਦਾ ਹੈ। ਸੋ ਫਿਰ ਇਹ ਜਿਹੜੀ ਹੈ ਘਾੜਤ ਕਿਵੇਂ ਘੜੀ ਜਾਂਦੀ ਹੈ, ਕਿਵੇਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ, ਸੋਨਾ ਕਿਵੇਂ ਘੜਿਆ ਜਾਂਦਾ, ਫਿਰ ਉਹ ਜਿਹੜਾ ਹੈ ਸਾਰ ਆ ਉਹ ਕਿਵੇਂ ਘੜਿਆ ਜਾਂਦਾ ਹੈ। ਸੋ ਅਗਲੀ ਪੌੜੀ ਦੇ ਅੰਦਰ ਸੁਣੋ। ਜਾਤ ਪਹਾਰਾ ਧੀਰਜ ਸੁਨਿਆਰ, ਕਿਵੇਂ ਘੜਿਆ ਜਾਂਦਾ ਹੈ ਸੋਨਾ, ਭੱਠੀ ਵਿੱਚ ਪਾਇਆ ਜਾਂਦਾ ਨਾ, ਸੁਨਿਆਰ ਉਸਨੂੰ ਭੱਠੀ 'ਚ ਪਾਉਂਦਾ ਹੈ। ਲੋਹੇ ਨੂੰ ਘੜਨਾ ਹੋਵੇ ਉਹਨੂੰ ਭੱਠੀ 'ਚ ਪਾਇਆ ਜਾਂਦਾ। ਸੋ ਇਸੇ ਤਰ੍ਹਾਂ ਹੀ ਜੋ ਸੁਨਿਆਰ ਹੈ ਉਸਨੂੰ ਭੱਠੀ ਦੇ ਵਿੱਚ ਪਾਉਂਦਾ ਹੈ। ਪਰੰਤੂ ਇਹ ਕਿਹੜੀ ਭੱਠੀ ਹੈ, ਕਿਹੜੀ ਭੱਠੀ ਵਿੱਚ ਪੈ ਕੇ ਜਿਹੜੀਆਂ ਰੂਹਾਂ ਫਿਰ ਉਹ ਉੱਥੇ ਦੇ ਯੋਗ ਬਣਦੀਆਂ ਹਨ। ਅਤੇ ਕਿਹੜੀ ਭੱਠੀ ਆ ਉਹ, ਜਿਹਦੇ ਵਿੱਚ ਉਹ ਸੋਨਾ ਜਿਹੜਾ ਢਲਦਾ ਹੈ। ਕਿਵੇਂ ਸ਼ਬਦ ਦੀ ਕਸਵੱਟੀ 'ਤੇ ਲੱਗ ਕੇ ਜਿਹੜੀਆਂ ਰੂਹਾਂ ਜਿਹੜੀਆਂ ਹਨ ਉਸ ਦੇ ਯੋਗ ਹੁੰਦੀਆਂ ਹਨ। ਜਤ ਸਭ ਤੋਂ ਪਹਿਲਾਂ ਹੈ ਜਤ। ਜਤ ਹੈ ਬ੍ਰਹਮਚਰਜ ਰੱਖਣਾ। ਜਤ ਹੈ ਆਪਣਾ ਮਨ ਇੰਦਰੀਆਂ 'ਤੇ ਜਿਹੜਾ ਹੈ ਕੰਟਰੋਲ ਕਰਨਾ, ਬ੍ਰਹਮਚਰਜ ਜਿਸ ਨੂੰ ਕਹਿੰਦੇ ਹਨ। ਜਤ ਪਹਾਰਾ, ਪਹਾਰਾ ਜਿਹੜੀ ਭੱਠੀ ਹੈ ਉਹ ਜਤ ਦੀ ਹੈ। ਜੋ ਵੀ ਜਤ ਧਾਰਨ ਕਰਦਾ ਹੈ
ਜਿਸ ਨੇ ਵੀ ਜਤ ਦੀ ਜਿਹੜੀ ਪੱਠੀ ਦੇ ਵਿੱਚ ਜਿਹੜੀ ਪਈ ਹੈ, ਜਿਹੜਾ ਇੱਕ ਜਤ ਨਹੀਂ ਰੱਖ ਸਕਦਾ, ਬ੍ਰਹਮਚਰਜ ਨਹੀਂ ਰੱਖ ਸਕਦਾ, ਉਹ ਪਰਮਾਤਮਾ ਦਾ ਦਰਸ਼ਨ ਨਹੀਂ ਪ੍ਰਾਪਤ ਕਰ ਸਕਦਾ, ਉਹ ਦੇਹ ਦਾ ਵਾਸੀ ਨਹੀਂ ਹੋ ਸਕਦਾ। ਜਿਸ ਨੇ ਧਾਰਨ ਨਹੀਂ ਕੀਤਾ ਹੈ, ਬ੍ਰਹਮਚਰਜ ਨਹੀਂ ਧਾਰਨ ਕੀਤਾ, ਜਿਸ ਦਾ ਆਪਣੇ ਆਪ 'ਤੇ ਕੰਟਰੋਲ ਹੀ ਨਹੀਂ ਹੈ, ਇੰਦਰੀਆਂ 'ਤੇ ਕੰਟਰੋਲ ਨਹੀਂ ਹੈ। ਪਰੰਤੂ ਜੋ ਸੁਪਨਾ ਵਿੰਦ ਨ ਦੇਈ ਚਰਨਾ, ਤਿਸ ਕਾਜੀ ਕੋ ਜਰਾ ਨਾ ਮਰਨਾ, ਜਿਸ ਦਾ ਪੂਰਨ ਆਪਣੇ ਆਪ 'ਤੇ ਕੰਟਰੋਲ ਹੋ ਗਿਆ ਹੈ, ਜਿਸ ਨੇ ਜਤ ਧਾਰਨ ਕੀਤਾ ਹੈ। ਗ੍ਰਸਤ ਧਰਮ ਜੋ ਹੈ, ਗੁਰੂ ਮਹਾਰਾਜ ਜੀ ਨੇ ਕਿ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣਾ। ਏਕਾ ਨਾਰੀ ਜਤੀ ਕਲਯੁਗ ਦੇ ਅੰਦਰ ਦੱਸਿਆ ਹੈ। ਫਿਰ ਜੋ ਹੈ ਮਰਦਾਨਾ ਜੀ, ਉੱਥੇ ਕਿਹਾ ਵੀ ਕਿੰਨੇ ਜਤੀ ਨੇ, ਗੱਲ ਵਿਚਾਰ ਚੱਲੀ, ਕਹਿੰਦੇ ਵੀ 6 ਜਤੀ ਮੰਨੇ ਗਏ, ਜਿਵੇਂ 9 ਨਾਥ, 6 ਜਤੀ ਅਤੇ 84 ਸਿੱਧ, ਇਹ ਸਾਰਿਆਂ ਦੀ ਗਿਣਤੀ, 33 ਕਰੋੜ ਦੇਵੀ ਦੇਵਤਾ, ਕਹਿੰਦੇ 6 ਜਤੀ, ਸਿਰਫ 6 ਜਤੀ ਹੋਏ ਨੇ। ਮਰਦਾਨਾ ਜੀ ਕਹਿਣਗੇ, ਮਹਾਰਾਜ ਕਹਿਣਗੇ ਹਾਂ ਵੀ ਗਿਣਤੀ ਇਸ ਤਰ੍ਹਾਂ ਹੀ ਆਉਂਦੀ ਹੈ। ਕਹਿੰਦੇ ਵੀ ਜਤੀ ਤਾਂ ਕਿੰਨੇ ਨੇ ਦੁਨੀਆ ਦੇ ਉੱਤੇ, ਵਿਆਹ ਹੀ ਨਹੀਂ ਕਰਾਉਂਦੇ, ਕਿੰਨੇ ਲੋਕ ਜਤੀ ਨੇ, ਵਿਆਹ ਹੀ ਨਹੀਂ ਕਰਾਉਂਦੇ, ਜਤੀ ਹੋ ਗਏ ਉਹ। ਬਾਲ ਜਤੀ, ਜਿਨ੍ਹਾਂ ਨੇ ਬਚਪਨ ਤੋਂ ਹੀ ਜਿਹੜਾ ਹੈਗਾ ਆਪਣੇ ਇੰਦਰੀਆਂ 'ਤੇ ਮਨ 'ਤੇ ਕੰਟਰੋਲ ਰੱਖਿਆ ਹੈ। ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਵੀ ਜਤੀ ਤਾਂ ਬਹੁਤ ਨੇ, ਹਜ਼ਾਰਾਂ ਦੀ ਗਿਣਤੀ ਵਿੱਚ ਨੇ ਜਤੀ। ਗੁਰੂ ਨਾਨਕ ਜੀ ਕਹਿਣ ਲੱਗੇ ਨਹੀਂ, ਜਤੀ ਉਹ ਹੈ ਜੋ ਇਸ ਸਰੀਰ ਦੀ ਸ਼ਕਤੀ ਨੂੰ ਜਿਹੜਾ ਹੈ ਕਿਸੇ ਵੀ ਢੰਗ ਤਰੀਕੇ ਦੇ ਨਾਲ ਉਸ ਨੂੰ ਨਿਕਲ ਨਹੀਂ ਦਿੰਦਾ। ਮਰਦਾਨਾ ਜੀ ਪੁੱਛਣ ਲੱਗੇ ਜੋ ਕਿਵੇਂ? ਗੁਰੂ ਮਹਾਰਾਜ ਨੇ ਦੱਸਿਆ ਕਿ ਜੋ ਅੱਖਾਂ ਹਨ, ਕੰਨ ਹਨ, ਇਹਨਾਂ ਰਾਹੀਂ ਵੀ ਜਿਹੜਾ ਹੈ ਜੇ ਇਹਨਾਂ 'ਤੇ ਵੀ ਕੰਟਰੋਲ ਰੱਖੇ, ਅੱਖਾਂ ਰਾਹੀਂ ਜੋ ਦੇਖਣਾ, ਪਰਾਇਆ ਰੂਪ ਦੇਖਣਾ ਹੈ, ਅਤੇ ਇਹਦੇ ਨਾਲ ਜਿਹੜਾ ਹੈਗਾ ਮਤਲਬ ਉਹ ਜਤ ਚਲਿਆ ਜਾਂਦਾ ਹੈ। ਜੋ ਆਪਣਾ ਦੇਖਦਾ ਉਸ ਤਰ੍ਹਾਂ ਦਾ ਰੂਪ ਦੇਖਦਾ ਹੈ, ਅਤੇ ਦ੍ਰਿਸ਼ਟੀ ਉਸ ਤਰ੍ਹਾਂ ਦੀ ਦ੍ਰਿਸ਼ਟੀ ਦੇ ਨਾਲ ਦੇਖਦਾ ਹੈ, ਜਿਵੇਂ ਫੋਟੋਆਂ, ਫਿਲਮਾਂ ਅਤੇ ਹੋਰ ਇਸ ਤਰ੍ਹਾਂ ਦਾ। ਪਰ ਤੇਰਾ ਰੂਪ ਨਾ ਪੇਖੈ ਨਿਤ, ਸਾਧ ਕੀ ਟਹਿਲ ਸੰਗ ਹੇਤ, ਸੁਖਮਨੀ ਸਾਹਿਬ। ਅੱਖਾਂ ਰਾਹੀਂ, ਫਿਰ ਕੰਨਾਂ ਰਾਹੀਂ ਜੋ ਉਹ ਗੱਲਾਂ ਜਿਹੜੀਆਂ ਸੁਣਨੀਆਂ ਨੇ, ਵਿਸ਼ੇ ਵਿਕਾਰਾਂ ਦੀਆਂ ਗੱਲਾਂ ਸੁਣਨੀਆਂ ਜਿਹੜੀਆਂ ਹਨ, ਉਹ ਵੀ ਉਹਨਾਂ ਦਾ ਵੀ ਜਤ ਚੱਲਿਆ ਗਿਆ। ਜੋ ਗੱਲਾਂ ਸੁਣਦਾ ਵੀ ਹੈ ਕੰਨਾਂ ਦੇ ਰਾਹੀਂ, ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ, ਜੋ ਇਹ 'ਤੇ ਵੀ ਕੰਟਰੋਲ ਕਰੇ, ਕੰਨਾਂ ਰਾਹੀਂ ਜਿਹੜਾ ਹੈ ਵਿਸ਼ੇ ਵਿਕਾਰਾਂ ਦੀਆਂ ਗੱਲਾਂ ਨੂੰ ਸਰਵਣ ਨਾ ਕਰੇ, ਉਹ ਪੂਰਾ ਕੰਟਰੋਲ ਕੰਨਾਂ 'ਤੇ ਹੋ ਜਾਏ, ਅੱਖਾਂ 'ਤੇ ਪੂਰਾ ਕੰਟਰੋਲ ਹੋ ਜਾਏ। ਇਸੇ ਤਰ੍ਹਾਂ ਹੀ ਸਰੀਰ ਦੇ ਜਿੰਨੇ ਵੀ ਇੰਦਰੀ ਹਨ, ਸਾਰਿਆਂ 'ਤੇ ਹੀ ਗੁਰੂ ਜੀ ਨੇ ਕਿਹਾ ਵੀ 8 ਪ੍ਰਕਾਰ ਦਾ ਜਿਹੜਾ ਹੈਗਾ ਇਹ ਜਤ ਧਾਰਨ ਕਰੇ, 8 ਪ੍ਰਕਾਰ ਦਾ, ਫਿਰ ਇਹ ਪੂਰਾ ਜਤੀ ਕਹਾਉਂਦਾ ਹੈ। ਮਰਦਾਨਾ ਜਿਹੜਾ 8 ਪ੍ਰਕਾਰ ਦਾ ਜਤ ਧਾਰਨ ਕਰੇ, ਅੱਖਾਂ 'ਤੇ, ਮਨ ਦੇ ਉੱਤੇ, ਕੰਨਾਂ ਦੇ ਉੱਤੇ, ਫਿਰ ਸ਼ਾਸਤਰਾਂ ਦੇ ਅੰਦਰ ਵੀ ਐਸਾ ਹੀ ਦੱਸਿਆ ਹੈ, ਸਰਵਣ ਗੱਲਾਂ ਸੁਣਨੀਆਂ, ਵਿਸ਼ੇ ਵਿਕਾਰਾਂ ਦੀਆਂ ਗੱਲਾਂ ਸੁਣਨੀਆਂ ਜਿਹੜੀਆਂ ਹਨ, ਮੰਨਣਾ, ਫਿਰ ਉਹ ਜਿਹੇ ਆਪਣਾ ਜਿਹੜੇ ਹਨ ਕੀਰਤਨ, ਆਪਣਾ ਭਾਵ ਗਾਉਣ ਉਹ ਜਿਹੇ ਸੁਣਨੇ, ਸਿਮਰਨ ਜਾਂ ਮਨ ਦੇ ਵਿੱਚ ਹੀ ਆਪਣਾ ਖਿਆਲਾਤ ਕਰਨੇ, ਮਨ ਦੇ ਵਿੱਚ ਆਪਣਾ ਜਿਹੜੇ ਖਿਆਲਾਤ ਉਸ ਤਰ੍ਹਾਂ ਦੇ ਜਿਹੜੇ ਹਨ ਪੈਦਾ ਕਰਨੇ, ਉਸ 'ਤੇ ਵੀ ਕੰਟਰੋਲ ਕਰੇ। ਮਨ ਕਰਕੇ ਵੀ ਆਪਣਾ ਜਿਹੜਾ ਜਤੀ ਹੋਵੇ, ਮਨ ਕਰਕੇ ਉਸ ਦੇ ਵਿੱਚ ਕੋਈ ਫੁਰਨਾ ਨਾ ਇਸ ਤਰ੍ਹਾਂ ਦਾ ਆਵੇ, ਕੰਨਾਂ ਕਰਕੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਸੁਣੇ ਵਿਕਾਰਾਂ ਦੀ, ਅੱਖਾਂ ਕਰਕੇ ਵੀ ਵਿਕਾਰੀ ਦ੍ਰਿਸ਼ਟੀ ਨਾਲ ਕਦੇ ਕਿਸੇ ਨੂੰ ਨਾ ਦੇਖੇ, ਮਨ ਕਰਕੇ ਵੀ, ਸਰੀਰ ਦੀ ਤਾਂ ਆਖਰੀ ਗੱਲ ਆਉਂਦੀ ਹੈ, ਕਿਉਂਕਿ ਸਭ ਫੁਰਨਾ ਮਨ ਦੇ ਵਿੱਚ ਪੈਦਾ ਹੁੰਦਾ, ਅੱਖਾਂ ਰਾਹੀਂ ਦੇਖਦਾ ਹੈ, ਕੰਨਾਂ ਰਾਹੀਂ ਸੁਣਦਾ ਹੈ, ਫਿਰ ਮਨ ਦੇ ਵਿੱਚ ਫੁਰਨੇ ਪੈਦਾ ਹੁੰਦੇ ਨੇ ਵਿਸ਼ੇ ਵਿਕਾਰਾਂ ਦੇ, ਫਿਰ ਉਹ ਫੁਰਨਾ ਪੱਕਾ ਹੋ ਜਾਂਦਾ ਹੈ, ਫਿਰ ਉਸ ਵਾਸਤੇ ਉਹ ਪ੍ਰਯਤਨ ਕਰਦਾ ਹੈ,
ਇਸ ਤਰ੍ਹਾਂ 8 ਤਰ੍ਹਾਂ ਦਾ ਜਿਹੜਾ ਹੈਗਾ ਉਹ ਸ਼ਾਸਤਰਾਂ ਦੇ ਅੰਦਰ ਇਹ ਵਿਕਾਰ ਦੱਸੇ ਹਨ, 8 ਤਰ੍ਹਾਂ ਦੇ, ਵੀ ਜਿਹੜਾ 8 ਤਰ੍ਹਾਂ ਦੇ ਵਿਕਾਰਾਂ ਦੇ ਉੱਤੇ ਜਿਹੜਾ ਕੰਟਰੋਲ ਕਰ ਲਵੇ ਉਹ ਹੈ ਜਤੀ। ਭਾਈ ਮਰਦਾਨਾ ਗੁਰੂ ਨਾਨਕ ਜੀ ਨੇ ਫਿਰ ਜਨਮ ਸਾਖੀ ਦੇ ਅੰਦਰ ਦੱਸਿਆ ਸੀ, ਉਹ ਅਸਲ ਜਤੀ ਹੁੰਦਾ ਹੈ। ਕਲਯੁਗ ਦੇ ਅੰਦਰ ਏਕਾ ਨਾਰੀ ਜਤੀ, ਜੋ ਇਸਤਰੀ ਆਪਣੇ ਪਤੀ ਤੋਂ ਬਿਨਾਂ ਦੂਸਰੇ ਨੂੰ ਸੁਪਨੇ ਦੇ ਵਿੱਚ ਵੀ ਨਾ ਸੋਚੇ, ਜੋ ਪੁਰਸ਼ ਜਿਹੜਾ ਹੈ ਆਪਣੀ ਇਸਤਰੀ ਤੋਂ ਬਿਨਾਂ ਜਿਹੜਾ ਹੈਗਾ ਸੁਪਨੇ ਦੇ ਵਿੱਚ ਵੀ ਕਿਸੇ ਨੂੰ ਨਾ ਲਿਆਵੇ। ਦਸ਼ਮੇਸ਼ ਪਿਤਾ ਜੀ ਨੇ ਲਿਖਿਆ, ਸੁਧ ਜਬ ਤੇ ਹਮ ਲਈ ਵਚਨ ਗੁਰਦਏ ਹਮਾਰੇ। ਸਾਡੇ ਗੁਰੂ ਪਿਤਾ ਜੀ ਨੇ, ਗੁਰੂ ਤੇਗ ਬਹਾਦਰ ਜੀ ਨੇ ਵੀ ਸਾਨੂੰ ਇਹੀ ਵਚਨ ਕੀਤੇ ਕਿ ਸੁਧ ਹਮ ਤੇ ਜਦੋਂ ਤੋਂ ਅਸੀਂ ਸੋਝੀ ਸੰਭਲੀ, ਸੁਧ ਹਮ ਤੇ ਜਬ ਲਈ ਵਚਨ ਗੁਰਦਏ ਹਮਾਰੇ, ਪੂਤੇ ਹੈ ਪ੍ਰਾਣ ਤੋਹੇ ਪ੍ਰਾਣ ਜਵਲਾ ਘਟ ਥਾਰੇ। ਪੁੱਤਰ ਤੁਹਾਨੂੰ ਇਹੀ ਪਰਨ ਹੈ ਤੁਹਾਡਾ, ਪਰਨ ਕਰੋ ਇਹ, ਪੂਤੇ ਹੈ ਪ੍ਰਾਣ ਤੋਹੇ ਪ੍ਰਾਣ ਜਵਲਾ ਘਟ ਥਾਰੇ। ਜਿੰਨਾ ਚਿਰ ਤੁਹਾਡੇ ਵਿੱਚ ਪ੍ਰਾਣ ਚੱਲਦੇ ਨੇ ਤੁਸੀਂ ਇਸ ਨੂੰ ਪਰਨ ਨੂੰ ਪੂਰਾ ਰੱਖਣਾ ਹੈ। ਪੂਤੇ ਹੈ ਪ੍ਰਣ ਤੋਹੇ ਪ੍ਰਾਣ ਜਵਲਾ ਘਟ ਤਾਰੇ, ਨਿਜ ਨਾਰੀ ਕਾ ਸੰਗ ਨਿਓ ਨਿਤ ਤੁਮ ਨਿਤ ਵਡਾਈਓ, ਪਰ ਨਾਰੀ ਕੀ ਸੇਜ ਭੂਲ ਸੁਪਨਾ ਹੋ ਨਾ ਜਾਈਓ। ਪਰ ਨਾਰੀ ਦੀ ਸੇਜਾ ਦੇ ਉੱਤੇ ਸੁਪਨੇ ਦੇ ਵਿੱਚ ਵੀ ਨਹੀਂ ਜਾਣਾ ਹੈ। ਇਹ ਗੁਰੂ ਮਹਾਰਾਜ ਨੇ ਕਹਿੰਦੇ, ਸਾਡੇ ਪਿਤਾ ਜੀ ਨੇ ਇਹ ਵਚਨ ਜਿਹੜੇ ਹਨ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹ ਵਚਨ ਕੀਤੇ। ਕਲਗੀਧਰ ਪਾਤਸ਼ਾਹ ਜੀ ਨੇ ਇਹ ਜਿਹੜਾ ਹੈਗਾ ਇਹ 10ਵੇਂ ਗ੍ਰੰਥ ਦੇ ਅੰਦਰ ਜਿਹੜਾ ਹੈ ਕਥਨ ਕੀਤਾ ਹੈ ਇੱਕ ਚਰਿੱਤਰ ਦੇ ਅੰਦਰ। ਸੋ ਗੁਰੂ ਮਹਾਰਾਜ ਜੀ ਨੇ ਫਿਰ ਇਹ ਕਲਯੁਗ ਦੇ ਅੰਦਰ ਮਨ ਕਰਕੇ ਕੰਟਰੋਲ ਕਰਨਾ, ਕੋਈ ਐਸਾ ਕੋਈ ਸੂਰਮਾ ਕੋਈ ਹੋ ਸਕਦਾ ਹੈ? ਚਲੋ ਜਿਹੜਾ ਸਰੀਰ ਕਰਕੇ ਹੀ ਬਚ ਜਾਵੇ, ਸਰੀਰ ਕਰਕੇ ਕੋਈ ਗਲਤ ਕੰਮ ਨਾ ਕਰੇ। ਮੰਨਦੇ ਤਾਂ ਹੁਣ ਕੀ ਕਹਿਣ ਦੀ ਗੱਲ ਹੈ, ਸਰੀਰ ਕਰਕੇ ਹੀ ਬਚ ਜਾਵੇ, ਚਲੋ ਉਹ ਵੀ ਕਲਯੁਗ ਦੇ ਵਿੱਚ ਜਤੀ ਹੈ, ਸਰੀਰ ਕਰਕੇ ਹੀ ਬਚ ਜਾਵੇ। ਇਸਤਰੀ ਹੈ, ਕੋਈ ਭਾਈ ਹੈ, ਅਸਲ ਸਤੀ ਕੌਣ ਹੈ? ਜੋ ਮਨ ਕਰਕੇ ਵੀ ਜਿਹੜਾ ਹੈ, ਜਿਸ ਦੇ ਮਨ ਦੇ ਵਿੱਚ ਵੀ ਪੂਰਨ ਸਤੀਆਂ ਦੀਆਂ ਜਿਹੜੀਆਂ ਸਾਖੀਆਂ ਆਉਂਦੀਆਂ ਨੇ, ਅਨਸੂਇਆ ਦੀ ਆਉਂਦੀ ਹੈ, ਸੀਤਾ ਦੀ ਆਉਂਦੀ ਹੈ, ਕਿੰਨੀਆਂ ਜਿਹੜੀਆਂ ਇਸ ਭਾਰਤ ਵਰਸ਼ ਦੀਆਂ ਸਤੀਆਂ ਦੀਆਂ ਸਾਖੀਆਂ ਆਉਂਦੀਆਂ ਨੇ। ਮਾਈ ਸੇਵਾ ਬਾਜ਼ਾਰ ਜਿਨ੍ਹਾਂ ਦੇ ਨਾਂ 'ਤੇ ਬਣਿਆ, ਪੱਤੀ ਵਰਤਾ ਧਰਮ ਦੇ ਵਿੱਚ ਪਰਪੱਕ ਹੋਣ ਕਰਕੇ ਮੇਰੇ ਅੰਦਰ ਇਹ ਸ਼ਕਤੀ ਆ ਗਈ, ਇੰਨੀਆਂ ਤਾਕਤਾਂ ਆ ਗਈਆਂ। ਉਹਨਾਂ ਨੇ ਸਤੀ ਧਰਮ ਦੀ ਪਾਲਣਾ ਕਰਕੇ ਮਤਲਬ ਉਹਨਾਂ ਨੂੰ ਇੰਨੀ ਤਾਕਤ ਪ੍ਰਾਪਤ ਹੋਈ। ਚਲੋ ਕੋਈ ਸਰੀਰ ਕਰਕੇ ਬਚ ਜਾਵੇ ਕਲਯੁਗ ਦੇ ਅੰਦਰ, ਉਹ ਵੀ ਬਹੁਤ ਹੀ ਜਿਹੜੀ ਵੱਡੀ ਗੱਲ ਹੈ। ਸੋ ਇਸ ਕਰਕੇ 8 ਤਰੀਕਿਆਂ ਦੇ ਜਿਹੜਾ ਇਹ ਜਤ ਧਾਰਨ ਕਰੇ, ਆਪਣੇ ਇੰਦਰੀਆਂ ਦੇ ਉੱਤੇ ਪੂਰਾ ਕੰਟਰੋਲ ਕਰੇ, ਮਨ ਕਰਕੇ ਪੂਰਾ ਕੰਟਰੋਲ ਕਰੇ ਅਤੇ ਇਹ ਜਤ ਧਾਰਨ ਕਰੇ, ਇਹ ਭੱਠੀ ਬਣਾਵੇ। ਗੁਰੂ ਮਹਾਰਾਜ ਕਹਿੰਦੇ ਨੇ, ਗੁਰੂ ਨਾਨਕ ਪਾਤਸ਼ਾਹ, ਜਤ ਦੀ ਭੱਠੀ ਹੋਵੇ। ਜੇ ਇਹ ਜਿਹੜਾ ਹੈ ਪਰਮਾਤਮਾ ਦਾ ਦਰਸ਼ਨ ਕਰਨਾ, ਸ਼ਬਦ ਦੀ ਘਾਟ ਘੜਨੀ ਹੈ। ਜਤ ਪਹਾਰਾ ਧੀਰਜ ਸੁਨਿਆਰ, ਜਿਹੜਾ ਸੁਨਿਆਰ ਘੜਨ ਵਾਲਾ ਹੈ ਨਾ, ਉਹ ਧੀਰਜ ਹੋਵੇ, ਧੀਰਜ ਰੂਪੀ ਸੁਨਿਆਰ ਹੋਵੇ, ਜਤ ਰੂਪੀ ਭੱਠੀ ਹੋਵੇ। ਜਿਹਦੇ ਅੰਦਰ ਧੀਰਜ ਨਹੀਂ ਹੈ, ਉਹਨੇ ਸੇਵਾ ਕੀ ਕਰਨੀ, ਉਹਨੇ ਸਿਮਰਨ ਕੀ ਕਰਨਾ ਹੈ। ਗੁਰੂ ਦੇ ਪਿਆਰਿਆਂ ਨੇ, ਗੁਰੂ ਦੇ ਸਿੱਖਾਂ ਨੇ ਜੇ ਸਾਖੀਆਂ ਪੜ੍ਹੀ ਤਾਂ ਕਿੰਨਾ ਕਿੰਨਾ ਧੀਰਜ ਰੱਖਿਆ। ਗੁਰੂ ਅਮਰਦਾਸ ਜੀ ਨੇ ਕਿੰਨਾ ਧੀਰਜ ਰੱਖਿਆ, ਕਿੰਨੀ ਸਹਿਨਸ਼ੀਲਤਾ ਰੱਖੀ, ਕਿੰਨਾ ਧੀਰਜ ਰੱਖਿਆ। ਕਿੰਨੇ ਕਿੰਨੇ ਉਹਨਾਂ ਨੂੰ ਕਸ਼ਟ ਤਕਲੀਫਾਂ ਆਈਆਂ, ਪਰੰਤੂ ਉਹਨਾਂ ਨੇ ਧੀਰਜ ਰੱਖਿਆ। ਜਿਸ ਦੇ ਅੰਦਰ ਧੀਰਜ ਨਹੀਂ ਹੈ, ਉਹ ਹੁਣ ਚਾਹੁੰਦੇ ਤਾਂ ਸਾਰੇ ਨੇ ਵੀ ਰੱਬ ਐਂ ਕਿਰਪਾ ਕਰਦੇ, ਇੰਨੀ ਕਿਰਪਾ, ਨਦਰੀ ਨਜ਼ਰ ਨਿਹਾਲ, ਪਰੰਤੂ ਨਦਰੀ ਨਜ਼ਰ ਨਿਹਾਲ ਆਊਗਾ ਅੱਗੇ। ਨਦਰੀ ਨਜ਼ਰ ਨਿਹਾਲ ਤੋਂ ਪਹਿਲਾਂ ਤਿਆਰ ਵੀ ਤਾਂ ਹੋਣਾ ਪਵੇਗਾ, ਉਸ ਨਜ਼ਰ ਨੂੰ ਸਹਿਣ ਜੋਗਾ ਵੀ ਨਾ ਹੋਵੇਗਾ। ਉਹਦੇ ਵਾਸਤੇ ਜਤ ਪਹਾਰਾ ਧੀਰਜ ਸੁਨਿਆਰ, ਜਿਹਨੇ ਸੁਨਿਆਰ ਘੜਨਾ ਹੈ, ਧੀਰਜ ਰੂਪੀ ਸੁਨਿਆਰ ਹੋਵੇ, ਧੀਰਜ ਤੋਂ ਬਿਨਾਂ ਨਹੀਂ। ਦਸ਼ਮੇਸ਼ ਜੀ ਲਿਖਦੇ ਨੇ, ਧੀਰਜ ਤਾਮ ਬਨਾਏ ਇਹ ਹੈ ਤਨ, ਬੁੱਧ ਸੁਦੇਵਕ ਜਿਉ ਉਜਿਆਰੈ। ਇਹ ਜਿਹੜਾ ਸਰੀਰ ਹੈ, ਇਹਨੂੰ ਧੀਰਜ ਦਾ ਧਾਮ ਬਣਾ ਦੇਵੇ। ਇੰਨਾ ਧੀਰਜ ਬ੍ਰਹਮ ਗਿਆਨੀ ਕਾ ਧੀਰਜ ਏਕ। ਕਿੰਨਾ ਧੀਰਜ ਬ੍ਰਹਮ ਗਿਆਨੀ ਦੇ ਅੰਦਰ ਹੁੰਦਾ। ਜੂੰ ਵਸਦਾ ਕੋ ਖੋਦੈ ਕੋ ਚੰਦਨ ਲੇਪ, ਧਰਤੀ ਵਰਗਾ ਧੀਰਜ। ਜਿਵੇਂ ਧਰਤੀ ਨੂੰ ਕੋਈ ਖੋਦਦਾ, ਧਰਤੀ ਕਿਸੇ 'ਤੇ ਕੋਈ ਗਿਲਾ ਨਹੀਂ ਕਰਦੀ ਹੈ, ਅਤੇ ਕੋਈ ਉਸ ਨੂੰ ਚੰਦਨ ਦਾ ਲੇਪ ਕਰ ਦੇਵੇ ਤਾਂ ਧਰਤੀ ਉਸ ਨੂੰ ਜਿਹੜਾ ਹੈਗਾ
ਉਸ ਦੀ ਵਡਿਆਈ ਨਹੀਂ ਕਰਦੀ ਹੈ। ਉਸਤਤ ਨਿੰਦਾ ਤੁਤ ਰਹਿਤ ਹੈ। ਧੀਰਜ ਧਰਤੀ ਵਰਗਾ, ਧੀਰਜ ਧਾਮ ਬਨਾਏ ਹੈ ਤਨ। ਬ੍ਰਹਮ ਗਿਆਨੀ ਕਾ ਧੀਰਜ ਏਕ, ਜਿਉ ਬਸਦਾ ਕੋਉ ਖੋਦਾ ਕੋਉ ਚੰਦਨ ਲੇਪ। ਸੋ ਜਤ ਦੀ ਭੱਠੀ ਹੋਵੇ, ਧੀਰਜ ਦਾ ਸੁਨਿਆਰ ਹੋਵੇ। ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ। ਫਿਰ ਜਿਹੜਾ ਹੁਣ ਸੋਨਾ ਗਹਿਣਾ ਐਵੇਂ ਤਾਂ ਬਣਨਾ ਨਹੀਂ ਹੈ, ਭੱਠੀ 'ਚ ਪਾਉਣਾ ਪਵੇਗਾ ਸੋਨੇ ਨੂੰ, ਅਤੇ ਸੁਨਿਆਰ ਧੀਰਜ ਰੂਪੀ ਸੁਨਿਆਰ ਪਾਵੇਗਾ। ਅਹਰਣ ਜਿਹਦੇ ਉੱਤੇ ਰੱਖ ਕੇ ਆਪਣਾ ਸੱਟਾਂ ਮਾਰੀ ਦੀਆਂ ਰੱਖਦਾ, ਗਹਿਣਾ ਰੱਖਦਾ ਹੈ, ਉਹ ਅਹਰਣ ਹੁੰਦੀ ਹੈ। ਅਹਰਣ ਵੱਡਾ ਆਪਣਾ ਲੋਹੇ ਦਾ ਜਾਂ ਵੱਡਾ ਅਹਿਲ ਟੁਕੜਾ ਹੁੰਦਾ ਜਿਹਦਾ, ਜਿਸ ਦੇ ਉੱਤੇ ਆਪਣਾ ਉਹ ਅਚਲ ਹੁੰਦਾ। ਜਿਹੜੀ ਮੱਤ ਹੈ ਅਹਰਣ ਮੱਤ, ਜਿਹੜੀ ਮੱਤ ਹੈ ਇਹੋ ਜਿਹੀ ਅਚਲ ਹੋਵੇ। ਅਹਰਣ ਜਿਹੜੀ ਹੈ ਮੱਤ, ਜਿਹੜੀ ਹੈਗੀ ਇਨਸਾਨ ਦੀ, ਬੰਦੇ ਦੀ, ਸਿੱਖ ਦੀ, ਸੇਵਕ ਦੀ, ਜਗਿਆਸੂ ਦੀ ਅਹਰਣ ਵਰਗੀ ਮੱਤ ਹੋਵੇ। ਇਹ ਨਾ ਹੋਵੇ ਕਿਸੇ ਨੂੰ ਕੁਛ ਮਾੜਾ ਜਿਹਾ ਕਹਿਦਾ ਜਦੀ ਚਲਾਏਮਾਨ। ਮੱਤ ਜਿਸੀ ਉਹਦੀ ਅਚਲ ਹੋਵੇ, ਚਲਾਏਮਾਨ ਨਾ ਹੋਵੇ। ਉਹਦੇ ਉੱਤੇ ਐ ਨਾ ਕਦੇ ਲੋਭ 'ਚ ਆ ਗਿਆ, ਕਦੇ ਲਾਲਚ 'ਚ ਆ ਗਿਆ, ਕਦੇ ਕੁਛ ਨਹੀਂ। ਭਾਵੇਂ ਦੁਨੀਆ ਸਾਰੀ ਇੱਕ ਪਾਸੇ ਹੋਵੇ, ਕੁਛ ਵੀ ਹੋਵੇ, ਪਰੰਤੂ ਦੀ ਮੱਤ ਅਚਲ ਹੋਵੇ, ਚਲਾਏਮਾਨ ਨਾ ਹੋਵੇ। ਹਸਤੀ ਸਿਰ ਜਿਉਂ ਅੰਕਸ ਹੈ, ਅਹਰਣ ਜਿਉਂ ਸਿਰ ਦੇ। ਜਿਵੇਂ ਅਹਰਣ ਜਿਉਂ ਸਿਰ ਦੇ, ਅਹਰਣ ਦੇ ਉੱਤੇ ਜਿਹੜਾ ਸਿਰ ਰੱਖਿਆ ਜਾਂਦਾ ਹੈ, ਇਸ ਤਰ੍ਹਾਂ ਦਾ ਅਹਰਣ ਮੱਤ ਬਣਾਵੇ। ਮੱਤ ਨੂੰ ਅਹਰਣ ਵਾਂਗੂ ਅਚਲ ਬਣਾ ਲਵੇ, ਚਲਾਏਮਾਨ ਨਾ ਹੋਵੇ, ਉਹ ਬਦਲੇ ਨਾ। ਅਹਰਣ ਮੱਤ ਵੇਦ ਹਥਿਆਰ, ਹਥਿਆਰ ਜਿਹੜੇ ਆਪਣਾ ਸੁਨਿਆਰ ਦੇ ਹਥਿਆਰ ਹੁੰਦੇ ਨੇ, ਜਾਂ ਲੋਹਾਰ ਦੇ ਸੁਨਿਆਰ ਆਪਣਾ ਜਿਹੜੇ ਹਨ ਉੱਪਰ, ਫਿਰ ਆਪਣਾ ਹਥੌੜੀਆਂ ਉਹ ਚੱਲਦੀਆਂ ਨੇ ਨਾ। ਫਿਰ ਉਹ ਤੋਂ ਬਿਨਾਂ ਵੀ ਗਹਿਣਾ ਨਹੀਂ ਬਣਦਾ ਹੈ। ਜਿੰਨਾ ਚਿਰ ਭੱਠੀ 'ਚ ਨਹੀਂ ਪਾਉਂਦਾ ਸੁਨਿਆਰ, ਜਿੰਨਾ ਚਿਰ ਅਹਰਣ 'ਤੇ ਰੱਖ ਕੇ ਸੱਟਾਂ ਨਹੀਂ ਮਾਰਦਾ, ਉਹਨਾਂ ਚਿਰ ਗਹਿਣੇ ਨਹੀਂ ਬਣਨਾ ਨਹੀਂ ਹੈਗਾ। ਅਹਰਣ ਮੱਤ ਵੇਦ ਹਥਿਆਰ, ਜਿਹੜਾ ਵੇਦ ਸ਼ਾਸਤਰਾਂ ਦਾ ਜਿਹੜਾ ਗਿਆਨ ਹੈ ਉਹ ਹਥਿਆਰ ਹੈ, ਉਹਨਾਂ ਨੂੰ ਹਥਿਆਰ ਬਣਾਵੇ। ਗੁਰੂ ਦਾ ਜਿਹੜਾ ਗਿਆਨ ਆ, ਵੇਦ ਨਾਮ ਗਿਆਨ, ਜਿਹੜਾ ਗੁਰੂ ਦਾ ਗਿਆਨ ਹੈ, ਉਸ ਦੀਆਂ ਸੱਟਾਂ ਪੈਂਦੀਆਂ ਨੇ ਜਦੋਂ, ਉਹ ਉਸ ਦੇ ਨਾਲ ਹੀ ਜਿਹੜੇ ਹੈ ਉਸਨੇ ਗਹਿਣਾ ਬਣਨਾ ਹੈ। ਜੋ ਗੁਰੂ ਦਾ ਗਿਆਨ ਹੈ, ਜੋ ਸ਼ਾਸਤਰਾਂ ਦਾ ਗਿਆਨ ਹੈ, ਵੇਦਾਂ ਦਾ ਗਿਆਨ ਹੈ, ਉਹ ਹਥਿਆਰ ਨੇ। ਕਾਢ ਖੜਗ ਗੁਰ ਗਿਆਨ ਕਰਾਰਾ, ਵਿਕ ਛੇਦ ਰਸ ਪੀਜੈ ਰੇ। ਸੋ ਇਸ ਕਰਕੇ ਗੁਰੂ ਦਾ ਜਿਹੜਾ ਗਿਆਨ ਹੈ, ਸ਼ਾਸਤਰਾਂ ਦਾ ਜਿਹੜਾ ਗਿਆਨ ਹੈ, ਉਸ ਦੇ ਹਥਿਆਰ ਹੋਣ, ਉਹਦੇ ਨਾਲ ਹੀ ਗਹਿਣਾ ਪਵੇਗਾ। ਅਤੇ ਮੱਤ ਹੋਵੇ ਅਹਰਣ ਵਰਗੀ, ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮੱਤ ਵੇਦ ਹਥਿਆਰ। ਇਹ ਹਥਿਆਰ ਉਸਦੇ ਬਣਾਉਣ ਵਾਲੇ, ਸੱਟਾਂ ਲਾਉਣ ਵਾਲੇ, ਘੜਨ ਵਾਲੇ ਜਿਹੜੇ ਹਥੌੜੀਆਂ, ਚਿਮਟੀਆਂ ਅਤੇ ਹੋਰ ਫਿਰ ਪਕੜਨ ਵਾਲੇ ਹੁੰਦੇ ਨੇ, ਸਾਰੇ ਤਰ੍ਹਾਂ ਦੇ ਜਿਹੜੇ ਹਥਿਆਰ ਨੇ। ਭਾਉ ਖੱਲਾ ਅਗਨ ਤਪ ਤਾਓ। ਭਾਉ ਖੱਲਾ, ਜਿਹੜੀ ਖੱਲ ਹੁੰਦੀ ਹਵਾ ਮਾਰਦੀ, ਜਿਹਦੇ ਵਿੱਚ ਹਵਾ ਚੱਲਦੀਆਂ, ਉਹ ਕੀ ਹੁੰਦਾ ਹੈ, ਉਹ ਕੀ ਬਣਾਉਣਾ। ਗੁਰੂ ਨਾਨਕ ਜੀ ਕਹਿੰਦੇ ਹੋਏ, ਭਾਉ ਜਿਹੜਾ ਡਰ ਹੈ, ਪਰਮਾਤਮਾ ਦਾ ਜਿਹੜਾ ਡਰ ਹੈ, ਬੁਰੇ ਕੰਮਾਂ ਤੋਂ ਜਿਹੜਾ ਬਚਣ ਵਾਲਾ ਡਰ ਹੈ, ਜਿਸ ਦੇ ਅੰਦਰ ਭਾਉ ਹੀ ਨਹੀਂ ਹੈ, ਉਸ ਨੇ ਕੀ ਫਿਰ ਰੱਬ ਦਾ ਨਾਂ ਲੈਣਾ। ਉਹ ਕਿੱਥੇ ਬੁਰੇ ਕੰਮਾਂ ਤੋਂ ਹਟ ਜਾਵੇਗਾ, ਜਿਹਨੂੰ ਰੱਬ ਦਾ ਹੀ ਭੈ ਨਹੀਂ ਆ। ਜਿਹਨੂੰ ਭਾਉ ਜਿਹੜਾ ਡਰ ਹੈ, ਉਸ ਨੂੰ ਉਹ ਖੱਲ ਧੌਂਖਣੀ ਬਣਾ ਲਵੇ। ਹਵਾ ਚਲਾਉਣ ਵਾਲੀ ਜਿਹੜੀ ਧੌਂਖਣੀ ਹੈ, ਜਿਹੜਾ ਭਾਉ ਡਰ ਜਿਹੜਾ ਉਹ ਧਾਰਨ ਕਰੇ, ਬੁਰੇ ਕਰਮ ਨਹੀਂ ਕਰਨਾ ਹੈਗਾ। ਇੰਨਾ ਜਿਸ ਦੇ ਮਨ ਵਿੱਚ ਇੰਨਾ ਵੀ ਮੈਂ ਬੁਰਾ ਕਰਮ ਨਹੀਂ ਕਰਨਾ ਕੋਈ ਵੀ, ਜਾਂ ਪਰਮਾਤਮਾ ਦਾ ਭੈ ਧਾਰਨ ਕਰੇ। ਗੁਰ ਕੇ ਭੈ ਕੇਤੇ ਨਿਸਤਰੇ, ਜਿਨ੍ਹਾਂ ਨੇ ਗੁਰੂ ਦਾ ਭੈ ਧਾਰਨ ਕੀਤਾ ਉਹ ਤਰ ਗਏ। ਸੋ ਗੁਰੂ ਦੇ ਭੈ ਦੇ ਨਾਲ, ਗੁਰੂ ਦੇ ਡਰ ਦੇ ਨਾਲ, ਸੱਚਾ ਡਰ ਹੈ ਜਿਹੜਾ, ਨਿਰਮਲ ਡਰ ਹੈ, ਕੋਈ ਭਿਆਨਕ ਨਹੀਂ ਹੈ। ਉਹ ਭਿਆਨਕ ਡਰ ਨਹੀਂ ਹੈ, ਝੂਠਾ ਡਰ ਨਹੀਂ ਹੈ ਕਿ ਐਵੇਂ ਡਰਾਉਣ ਵਾਸਤੇ ਗੱਲਾਂ ਹਨ, ਜਾਂ ਨਰਕਾਂ ਤੋਂ ਜਿਹੜਾ ਹੈ ਕਿ ਨਰਕਾਂ ਦੀਆਂ ਗੱਲਾਂ, ਪਾਪਾਂ ਦੀਆਂ ਗੱਲਾਂ, ਹਿਸਾਬ ਕਿਤਾਬ ਦੀਆਂ ਗੱਲਾਂ, ਵੀ ਉੱਥੇ ਆਹ ਸਜ਼ਾ ਮਿਲਦੀ ਹੈ, ਉੱਥੇ ਆਹ ਸਜ਼ਾ ਮਿਲਦੀ ਹੈ। ਵੀ ਲੋਕ ਫਿਰ ਜਿਹੜੇ ਨਾਸਤਿਕ ਨੇ ਤਾਂ ਐਵੇਂ ਡਰਾਉਣ ਵਾਸਤੇ ਗੱਲਾਂ ਕਰਦੇ ਹਨ। ਜੇ ਡਰਾਉਣ ਵਾਸਤੇ ਗੱਲਾਂ ਨੇ, ਸੱਚੀਆਂ ਨੇ ਭਾਈ, ਇਹ ਹੈ ਡਰਾਉਣ ਵਾਸਤੇ ਹੀ ਨੇ। ਗੁਰਬਾਣੀ ਡਰਾਉਂਦੀ ਹੈ, ਡਰਾਉਣ ਵਾਸਤੇ ਗੱਲਾਂ ਸੱਚੀਆਂ ਕਰਦੀ ਹੈ। ਇਹਨਾਂ ਨੂੰ ਝੂਠ ਨਾ ਸਮਝੋ, ਸੱਚ ਨੇ ਇਹ ਗੱਲਾਂ।
ਇਹੀ ਹਵਾਲ ਹੋਏ। ਇਹ ਹਾਲਤ ਹੁੰਦੀ ਹੈ ਦੁਨੀਆ ਦੀ। ਜਿਨ੍ਹਾਂ ਨੇ ਭੈ ਚੱਕ ਦਿੱਤਾ ਉਹ ਨਹੀਂ ਫਿਰ ਚੱਲ ਸਕਦੇ ਇਸ ਮਾਰਗ 'ਤੇ। ਕੁਛ ਭਉ ਖੱਲਾ, ਜਿਹੜੀ ਖੱਲ ਆ ਉਸਦੀ ਹਵਾ ਧੌਂਖਣੀ ਹੈ ਜਿਹੜੀ, ਉਹਨੂੰ ਜਿਹੜੀ ਹੈ ਉਹ ਭਉ ਡਰਦੀ ਬਣਾਵੇ ਪਰਮਾਤਮਾ ਦੀ। ਭਉ ਖੱਲਾ ਅਗਨ ਤਪਥਾ, ਅੱਗ ਤੋਂ ਬਿਨਾਂ ਤਾਂ ਫਿਰ ਗੱਲ ਨਹੀਂ ਬਣਨੀ ਹੈਗੀ। ਅੱਗ ਜਿਹੜੀ ਹੈਗੀ ਉਹੀ ਤਾਂ ਚੱਲਦੀ ਹੈ। ਫਿਰ ਜਦੋਂ ਅੱਗ ਬਾਲਦੇ ਹਾਂ, ਅੱਗ ਚਾਲ ਕੇ ਫਿਰ ਉਹ ਧੌਂਕਣੀ ਚੱਲਦੀ ਹੈ। ਭਉ ਖੱਲਾ ਅਗਨ ਤਪ ਤਾਓ, ਜਿਹੜੀ ਤਪ ਹੈ ਇਹ ਅਗਨ ਹੋਵੇ ਤਾਉਣ ਵਾਲੀ ਜਿਹੜੀ ਹੈਗੀ। ਜਿਵੇਂ ਸਰੀਰ ਨੂੰ ਜਿਹੜਾ ਆਪਣਾ ਤਾਉਣਾ ਸੇਵਾ ਸਿਮਰਨ ਦੇ ਵਿੱਚ ਤਪ ਹੁੰਦਾ, ਜੋ ਪਰਮਾਤਮਾ ਦਾ ਨਾਮ ਜਪਣਾ, ਗੁਰ ਸੇਵਾ ਤਪਾਂ ਸਿਰ ਤਪਸਾਰ। ਜਿਸ ਨੇ ਕੋਈ ਇਹ ਤਪ ਹੀ ਨਹੀਂ ਕੀਤਾ ਹੈ, ਕੋਈ ਸੇਵਾ ਰੂਪੀ ਤਪ, ਸਿਮਰਨ ਰੂਪੀ ਤਪ ਨਹੀਂ ਕੀਤਾ ਹੈ, ਨਹੀਂ ਬਈ ਉਸ ਦੀ ਗੱਲ ਨਹੀਂ ਬਣਨੀ ਹੈ। ਅਤੇ ਜਿਹੜਾ ਇੰਨਾ ਸੁੱਖ ਰਹਿਣੀਆਂ ਹੋ ਗਿਆ, ਉਹਨੇ ਕਿਆ ਭਜਨ ਪਾਠ ਕਰਨਾ ਹੈ। ਜਿਹੜਾ ਆਪਣਾ ਸਰੀਰ ਨੂੰ ਕੋਈ ਪੂਰਾ ਮੈਂ ਕਸ਼ਟ ਦੇਣਾ ਹੀ ਨਹੀਂ ਹੈਗਾ, ਇੰਨਾ ਸੁੱਖ ਰਹਿਣੀ ਹੋ ਗਿਆ, ਮੈਂ ਨਹੀਂ ਕੁਛ ਨਹੀਂ ਕਰਨਾ, ਸਵੇਰੇ ਉੱਠ ਸਕਦਾ, ਨਾ ਤਕਲੀਫ ਸਹਿਣ ਨਹੀਂ ਕਰ ਸਕਦਾ, ਇਸ਼ਨਾਨ ਨਹੀਂ ਕਰ ਸਕਦਾ, ਨਹੀਂ ਕੁਛ ਨਹੀਂ ਕਰ ਸਕਦਾ, ਨਹੀਂ। ਅਗਨ ਤਪਤਾਓ, ਇਹ ਤਪ ਦੀ ਅਗਨੀ ਦੇ ਵਿੱਚ ਉਸ ਨੂੰ ਜਿਹੜਾ ਤਾਇਆ ਜਾਵੇ। ਜਿਹੜਾ ਵਾਹਿਗੁਰੂ ਦਾ ਜਿਹੜੀ ਤਪੱਸਿਆ ਹੁੰਦੀ ਹੈ, ਤਪੱਸਿਆ ਦੀ ਜਿਹੜੀ ਅਗਨੀ ਹੁੰਦੀ ਹੈ, ਉਸ ਦੇ ਵਿੱਚ ਆਤਮਾ ਜਿਹੜੀ ਹੈ ਸੁੱਧ ਹੁੰਦੀ ਹੈ। ਪਰ ਤਪ ਦੀ ਅਗਨੀ ਜਿਹੜੀ ਉਸ ਨੂੰ ਸੁੱਧ ਕਰ ਦਿੰਦੀ ਹੈ, ਪਾਪਾਂ ਦਾ ਨਾਸ ਕਰ ਦਿੰਦੀ ਹੈ। ਉਸ ਦੇ ਤਪ ਤਾਪਣ 'ਤੇ ਤਪ ਤੇਜ ਵਧਾ, ਜਿੰਨੀ ਕਿਸੇ ਦੀ ਭਾਰੀ ਤਪੱਸਿਆ ਹੁੰਦੀ ਤਾਂ ਤਪ ਤੇਜ ਹੁੰਦਾ ਹੈ ਉਸਦਾ, ਉਨਾ ਹੀ ਜਿਹੜਾ ਉਸਦਾ ਤਪ ਤੇਜ ਹੁੰਦਾ ਹੈ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਵੀ ਤਪੱਸਿਆ ਦੀ ਜਿਹੜੀ ਅਗਨੀ ਵਿੱਚ ਤਾਵੇ। ਅਤੇ ਜਿਹੜੀ ਸੇਵਾ ਇਹ ਵੀ ਤਪ ਹੈ। ਤਪ 3 ਤਰ੍ਹਾਂ ਦਾ ਦੱਸਿਆ ਹੈ, ਰਾਜਸੀ ਹੈ, ਸਾਂਤਕੀ ਹੈ, ਤਾਮਸੀ ਹੈ। ਤਾਮਸੀ ਤਪੱਸਿਆ ਤਾਂ ਉਹਨਾਂ ਨੇ ਵੀ ਕੀਤੀ, ਜਿਹੜੇ ਆਪਣਾ ਰਾਖਸ਼ ਵਰਗਿਆਂ ਨੇ ਵੀ ਕੀਤੀ, ਪਰੰਤੂ ਉਹਨਾਂ ਦਾ ਕੁਛ ਹੋਰ ਤਰ੍ਹਾਂ ਦਾ ਸੀਗਾ। ਉਹਨਾਂ ਨੇ ਬਸ ਸਰੀਰ ਨੂੰ ਤਪ ਸਾਧਿਆ, ਬੈਠ ਗਏ। ਉਹ ਰਾਵਣ ਦਾ ਵੀ ਤਪ ਸੀਗਾ, ਪਰੰਤੂ ਉਹਨਾਂ ਵਾਸਤੇ ਲਿਖਿਆ ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਹੰਕਾਰ ਧਾਰਨ ਕੀਤਾ, ਮੰਗਿਆ ਕਿ ਮੈਂ ਨਾ ਅੰਦਰ ਮਰਾਂ, ਨਾ ਮੈਂ ਬਾਹਰ ਮਰਾਂ, ਨਾ ਮੈਂ ਦਿਨੇ ਮਰਾਂ, ਨਾ ਮੈਂ ਰਾਤ ਮਰਾਂ, ਜਾਂ ਕੋਈ ਨਾ ਕੋਈ ਵਰ ਲੈ ਲੈਂਦੇ ਸੀਗੇ। ਪਰੰਤੂ ਗੁਰੂ ਦੇ ਪਿਆਰੇ ਨਹੀਂ ਵਰ ਮੰਗਦੇ। ਗੁਰੂ ਦੇ ਪਿਆਰੇ ਕੀ ਮੰਗਦੇ ਹਨ ਭਾਈ? ਭਗਤੀ ਕਰਨ ਵਾਲੇ, ਸੱਚੀ ਭਗਤ ਕਰਨ ਵਾਲੇ ਕੁਛ ਵੀ ਨਹੀਂ ਮੰਗਦੇ। ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਜੋਗੀ ਤਪ ਕਰਕੇ ਕੀ ਮੰਗਦੇ ਸੀ? ਰਿੱਧੀਆਂ ਸਿੱਧੀਆਂ, ਕੋਈ ਸ਼ਕਤੀ। ਪਰੰਤੂ ਗੁਰੂ ਦੇ ਪਿਆਰੇ ਕੀ ਕਹਿੰਦੇ ਨੇ? ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਬਨ ਆਏ। ਉਹ ਨਹੀਂ ਮੰਗਦੇ, ਰਾਜ ਨਹੀਂ ਮੰਗਦੇ। ਇੰਦਰ ਨੂੰ ਕਿਉਂ ਫਿਕਰ ਪੈ ਜਾਂਦਾ? ਕੋਈ ਤਪੱਸਿਆ ਕਰਦਾ ਮਾਤ ਲੋਕ ਦੇ ਅੰਦਰ, ਵੀ ਕਿਤੇ ਮੇਰੀ ਪਦਵੀ ਉਹਨੇ ਲੈ ਲੈਣ, ਕਿਤੇ ਘੋਰ ਤਪੱਸਿਆ ਕਰਕੇ ਕਿਉਂ ਵਿਘਨ ਪਾਉਂਦਾ ਇੰਦਰ? ਉਹ ਸ਼ਕਤੀਆਂ ਕਿਉਂ ਵਿਘਨ ਪਾਉਂਦੀਆਂ ਨੇ? ਕਈ ਵਾਰੀ ਜਿਹੜੀਆਂ ਤਾਮਸੀ ਜਿਹੜੀਆਂ ਰੂਹਾਂ ਨੇ, ਉਹ ਵੀ ਤਪ ਦੇ ਵਿੱਚ ਵਿਘਨ ਪਾਉਂਦੀਆਂ ਨੇ। ਕੋਈ ਤਪ ਧਾਰਨ ਕਰ ਲਵੇ, ਕੋਈ ਸਤ ਧਾਰਨ ਕਰੇ ਨਾ ਕੋਈ ਸਹੀ। ਵੈਸੇ ਤਾਂ ਹੈ ਹੀ ਨਹੀਂ ਅੱਜ ਕੱਲ੍ਹ ਕਿਸੇ ਦਾ ਇੰਨਾ, ਕੋਈ ਸਤ ਹੀ ਨਹੀਂ ਹੈ ਕਿਸੇ ਦਾ, ਕਿਸੇ ਦਾ ਤਪ ਹੀ ਨਹੀਂ ਹੈ ਇੰਨਾ। ਵਿਘਨ ਕਾਹਦਾ ਪਾਉਣਾ ਹੈ ਹੀ ਨਹੀਂ ਕਿਸੇ ਦਾ ਇੰਨਾ ਕੋਈ ਜਪ ਜਾਂ ਤਪ। ਕੋਈ ਸਤ ਧਾਰਨ ਕਰ ਲਏ, ਕੋਈ ਤਪ ਧਾਰਨ ਕਰ ਲਵੇ, ਕਿਸੇ ਦਾ ਕੋਈ ਹੋਵੇ ਪਰਨ ਹੋਵੇ, ਕੋਈ ਨੇਮ ਹੋਵੇ, ਇਹ ਮੈਂ ਨਿਭਾਉਣਾ ਹੈ। ਜਿਵੇਂ ਬਾਬਾ ਦੀਪ ਸਿੰਘ ਦਾ ਫਿਰ ਪਰਨ ਤੋੜਨ ਵਾਸਤੇ ਹੋਣੀ ਆ ਖੜੀ ਹੋਈ, ਫਿਰ ਉਹਨਾਂ ਦੀ ਪ੍ਰੀਖਿਆ ਹੁੰਦੀ ਹੈ। ਸੋ ਇਸ ਕਰਕੇ ਉਹਨਾਂ ਨੂੰ ਇਹ ਸੀ ਵੀ ਕਿਤੇ ਸਾਡੀ ਪਦਵੀ ਉਹ ਨਾ ਮੰਗ ਲੈਣ ਕਿਤੇ। ਪਰੰਤੂ ਜਿਹੜੇ ਰੱਬ ਦੇ ਪਿਆਰੇ ਹੁੰਦੇ ਹਨ, ਉਹ ਤਾਂ ਪਰਮਾਤਮਾ ਨੂੰ ਹੀ ਮੰਗਦੇ ਹਨ। ਜਿਵੇਂ ਧਰੂ ਨੇ ਕਿਹਾ ਸੀਗਾ ਕਿ ਮੈਨੂੰ ਹੁਣ ਰਾਜ ਦੀ ਲੋੜ ਨਹੀਂ ਹੈ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਮੈਂ ਤਾਂ ਬਸ ਸੱਚਖੰਡ ਦਾ ਰਾਜ ਚਾਹੁੰਦਾ ਹਾਂ। ਇੰਦਰ ਨੂੰ ਇਹ ਫਿਕਰ ਪੈ ਜਾਂਦਾ ਹੈ ਵੀ ਤਪੱਸਿਆ ਕਰ ਰਿਹਾ ਕੋਈ,
ਪਤਾ ਨਹੀਂ ਮੇਰੀ ਪਦਵੀ ਨਾ ਚਲੇ ਜਾਵੇ, ਕਿਤੇ ਇੰਦਰ ਦੀ ਪਦਵੀ ਨਾ ਮੰਗ ਲੈ। ਕਹਿੰਦੇ 101 ਸਮੇਤ ਜੱਗ ਕਰੇ, ਇੰਦਰ ਦੀ ਪਦਵੀ ਮਿਲਦੀ ਹੈ। ਕੋਈ ਹੋਰ ਤਪੱਸਿਆ ਕਰੇ, ਫਿਰ ਇਸ ਕਰਕੇ ਵਿਘਨ ਪਾਉਂਦਾ ਹੈ। ਰੂਹਾਂ ਜਿਹੜੀਆਂ ਕਲਯੁਗ ਦੇ ਅੰਦਰ ਹੋਣ ਹੀ ਨਹੀਂ ਦਿੰਦੀਆਂ, ਚੜ੍ਹ ਨਹੀਂ ਦਿੰਦੀਆਂ, ਤਕਲੀਫ ਹੁੰਦੀ ਹੈ। ਸੱਤ ਧਾਰਨ ਕਰਦਾ, ਫਿਰ ਪ੍ਰੀਖਿਆ ਹੁੰਦੀ ਹੈ। ਆ ਥੋੜ੍ਹਾ ਬਹੁਤ ਇੱਕ ਧਾਰਨ ਕਰ ਲਏ, ਵਿਘਨ ਪਾਉਣ ਵਾਲੇ ਵੀ ਦੁਨੀਆ ਆ ਜਾਂਦੀ ਹੈ ਭਾਈ। ਕੋਈ ਚੰਗਾ ਕੋਈ ਨੇਮ ਬਣਾ ਲਵੇ, ਉਹਦੇ ਵਿੱਚ ਫਿਰ ਵਿਘਨ ਪਾਉਣ ਵਾਲੇ ਫਿਰ ਜੰਮ ਪੈਂਦੇ ਹਨ। ਸੋ ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਨੇ ਅਗਨ ਤਪ ਤਾਓ, ਇਹ ਜਿਹੜੀ ਹੈ ਤਪ ਦੀ ਅਗਨੀ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਤਾਵੇ। ਭਾਂਡਾ ਭਾਓ, ਭਾਂਡਾ ਜਿਹੜਾ ਹੈਗਾ, ਕਿਉਂਕਿ ਭਾਂਡੇ ਦੇ ਵਿੱਚ ਕੋਠਾਲੀ ਹੁੰਦੀ ਹੈ, ਜਿਹਦੇ ਵਿੱਚ ਫਿਰ ਸੋਨੇ ਨੂੰ ਢਾਲ ਕੇ ਭੱਠੀ 'ਚ ਪਾ ਕੇ ਉਹਨੂੰ ਬਣਾ ਕੇ ਬਿਲਕੁਲ ਹੀ ਪਾਣੀ ਵਾਂਗੂ ਫਿਰ ਭਾਂਡੇ ਵਿੱਚ ਪਾਇਆ ਜਾਂਦਾ ਨਾ। ਉਹ ਭਾਂਡਾ ਕਾਹਦਾ ਹੋਵੇ? ਭਾਵ। ਇੱਥੇ ਪਹਿਲਾ ਭਾਵ ਸੀਗਾ, ਭੱਬੇ ਨੂੰ ਕੰਨਾ ਨਹੀਂ ਸੀ, ਉਹ ਡਰ ਬਣ ਗਿਆ। ਹੁਣ ਭਾਵ ਬਣ ਗਿਆ, ਭੱਬੇ ਨੂੰ ਕੰਨਾ ਲੱਗ ਗਿਆ, ਇਹਦਾ ਅਰਥ ਹੋ ਗਿਆ ਪ੍ਰੇਮ। ਗੁਰੂ ਮਹਾਰਾਜ ਜੀ ਧੰਨ ਗੁਰੂ ਨਾਨਕ ਕਹਿੰਦੇ ਨੇ ਭਾਂਡਾ ਭਾਓ, ਜਿਹੜਾ ਭਾਂਡਾ ਹੈ, ਜਿਸ ਭਾਂਡੇ ਵਿੱਚ ਵਸਤੂ ਪਾਉਣੀ ਹੈ ਭਾਈ, ਸੋਨਾ ਪਾਉਣਾ ਹੈ, ਉਹ ਭਾਵ ਦਾ ਹੋਵੇ, ਪ੍ਰੇਮ ਦਾ ਭਾਂਡਾ ਹੋਵੇ। ਜੇ ਪ੍ਰੇਮ ਨਹੀਂ ਹੈਗਾ ਫਿਰ ਵੀ ਗੱਲ ਨਹੀਂ ਬਣਨੀ ਹੈ। ਪ੍ਰੇਮ ਰੂਪੀ ਭਾਂਡਾ ਹੋਵੇ, ਵਾਹਿਗੁਰੂ ਨਾਲ, ਪਰਮਾਤਮਾ ਨਾਲ, ਗੁਰੂ ਨਾਲ ਪਿਆਰ ਹੋਵੇ, ਪ੍ਰੇਮ ਹੋਵੇ। ਜਿਨ ਪ੍ਰੇਮ ਕੀਓ ਤਿਨ ਹੀ ਪਰ ਪਾਇਓ, ਗੋਬਿੰਦ ਭਾਓ ਭਗਤ ਕਾ ਭੁੱਖਾ। ਸੋ ਭਾਂਡਾ ਭਾਓ, ਪ੍ਰੇਮ ਦਾ ਭਾਂਡਾ ਹੋਵੇ। ਅੰਮ੍ਰਿਤ ਤਿਤ ਢਾਲ, ਉਹਦੇ ਵਿੱਚ ਫਿਰ ਐਂ ਢਾਲ ਕੇ ਅੰਮ੍ਰਿਤ, ਇਹ ਜਿਹੜਾ ਹੈਗਾ ਤੱਤ ਜਿਹੜਾ ਹੈਗਾ ਨਾਮ ਰੂਪੀ ਅੰਮ੍ਰਿਤ, ਜਿਵੇਂ ਥਾਲ ਵਿੱਚ ਤਿੰਨ ਵਸਤੂ ਪਈ ਹੋ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਇਹ ਅੰਮ੍ਰਿਤ ਪਰਮੇਸ਼ਰ ਦਾ ਨਾਮ ਹੈ, ਇਹਨੂੰ ਜਪਣਾ ਹੈ। ਇਹ ਭਾਂਡੇ ਵਿੱਚ ਪਰਮਾਤਮਾ ਦਾ ਜਿਹੜਾ ਨਾਮ ਜਪਣਾ, ਫਿਰ ਇਸ ਨੂੰ ਜਿਹੜਾ ਹੈ ਢਾਲੇ, ਫਿਰ ਭਾਂਡਾ ਪਾਓ ਅੰਮ੍ਰਿਤ ਤੇ ਢਾਲ, ਫਿਰ ਜਿਹੜਾ ਹੈ ਅੰਮ੍ਰਿਤ, ਫਿਰ ਨਾਮ ਜਪੇ, ਫਿਰ ਜਿਹੜਾ ਹੈਗਾ ਇਹਨਾਂ ਗੁਣਾਂ ਦੇ ਸਹਿਤ ਹੋ ਕੇ ਜੋ ਨਾਮ ਜਪੇਗਾ, ਜਤ ਧਾਰ ਕੇ ਨਾਮ ਜਪੇਗਾ, ਧੀਰਜ ਧਾਰ ਕੇ ਨਾਮ ਜਪੇਗਾ, ਇਹੋ ਜਿਹੀ ਨਾਮ ਰੂਪੀ ਤਪੱਸਿਆ ਕਰੇਗਾ, ਇਹ ਨਾਮ ਰੂਪੀ ਸਿਮਰ ਰੂਪੀ ਤਪ ਦੇ ਵਿੱਚ ਜਿਹੜਾ ਟਲ ਜਾਵੇਗਾ। ਜਤ ਪਹਾਰਾ ਧੀਰਜ ਸੰਨਿਆਰ, ਅਹਰਨ ਮਤ, ਆਪਣੀ ਮਤ ਨੂੰ ਐ ਨਿਸ਼ਚਲ ਹੋ ਕੇ ਨਾਮ ਜਪੇਗਾ। ਜਤ ਪਹਾਰਾ ਧੀਰਜ ਸੰਨਿਆਰ, ਅਹਰਨ ਮਤ ਵੇਦ ਹਥਿਆਰ। ਗੁਰੂ ਦਾ ਗਿਆਨ ਰੂਪੀ ਹਥਿਆਰ ਲੈ ਕੇ, ਗੁਰੂ ਦਾ ਗਿਆਨ ਰੂਪੀ ਬਾਣੀ ਦਾ, ਗੁਰੂ ਦਾ ਸ਼ਾਸਤਰਾਂ ਦਾ ਗਿਆਨ ਰੂਪੀ ਜਿਹੜਾ ਹਥਿਆਰ ਲੈ ਕੇ ਫਿਰ ਜਿਹੜਾ ਹੈਗਾ ਇਹ ਚੱਲੇਗਾ, ਨਾਮ ਜਪੇਗਾ। ਅਹਰਨ ਮਤ ਵੇਦ ਹਥਿਆਰ, ਭਾਉ ਖੱਲਾ, ਭਾਉ ਇਸ ਤਰ੍ਹਾਂ ਦਾ ਡਰ ਮਨ ਦੇ ਵਿੱਚ ਜਿਹੜਾ ਹੈ ਪਰਮਾਤਮਾ ਦਾ ਧਾਰਨ ਕਰਕੇ, ਬੁਰਾ ਕਰਮ ਕੋਈ ਕਰੇਗਾ ਹੀ ਨਹੀਂ, ਨਾ ਮਨ ਕਰਕੇ, ਨਾ ਬਚਨ ਕਰਕੇ, ਨਾ ਕਰਮਾਂ ਕਰਕੇ। ਇੱਕ ਤਾਂ ਮਨ ਦੇ ਪਾਪ ਹੁੰਦੇ ਨੇ, ਇੱਕ ਬਚਨਾਂ ਦੇ ਹੁੰਦੇ ਨੇ, ਇੱਕ ਕਰਮਾਂ ਦੇ ਹੁੰਦੇ ਨੇ। ਮਨ ਵਚ ਕਰਮ, ਇੱਕ ਤਾਂ ਕਰਮਾਂ ਕਰਕੇ ਆਪਾਂ ਕਰ ਲੈਂਦੇ, ਇੱਕ ਮਨ ਕਰਕੇ ਹੁੰਦਾ ਹੈ, ਇੱਕ ਬਚਨਾਂ ਕਰਕੇ ਬੋਲਣ ਦੇ ਪਾਪ ਹੁੰਦੇ ਨੇ। ਮਨ ਵਚ ਕਰਮ ਕਰਕੇ ਪਰਮਾਤਮਾ ਦਾ ਐਸਾ ਭਾਇ ਧਾਰਨ ਕਰਦਾ ਹੈ ਜੋ ਭਾਉ ਖੱਲਾ ਅਗਨ ਤਪ ਧਾਓ, ਤਪ ਦੀ ਅਗਨੀ ਜਿਹੜੀ ਹੈ, ਸਿਮਰਨ ਦੀ ਤਪ ਜਿਹੜੀ ਹੈ, ਨਾਮ ਜੂਪ, ਅਗਨ ਤਪ ਧਾਓ। ਭਾਂਡਾ ਭਾਓ, ਫਿਰ ਪ੍ਰੇਮ ਦਾ ਭਾਂਡਾ ਜਿਹੜਾ ਹੈਗਾ ਅੰਮ੍ਰਿਤ, ਉਸ ਵਿੱਚ ਫਿਰ ਜਿਹੜਾ ਨਾਮ ਰੂਪੀ ਅੰਮ੍ਰਿਤ ਪਾਵੇ। ਅੰਮ੍ਰਿਤ ਤੇ ਢਾਲ, ਉਹਦੇ ਵਿੱਚ ਆ ਸਾਰ ਵਸਤੂ ਜੋ ਹੈ, ਉਸ ਦੇ ਵਿੱਚ ਇਹ ਸੋਨਾ, ਇਹ ਸਾਰ ਵਸਤੂ, ਇਸ ਦੇ ਵਿੱਚ ਪਵੇ ਅੰਮ੍ਰਿਤ ਤੇ ਢਾਲ। ਘੜੀਐ ਸ਼ਬਦ ਸੱਚੀ ਟਕਸਾਲ, ਟਕਸਾਲ ਕਹਿੰਦੇ ਨੇ ਜਿੱਥੇ ਕਰੰਸੀ ਬਣਦੀ ਹੈ, ਜਿੱਥੇ ਸਿੱਕੇ ਢਾਲੇ ਜਾਂਦੇ ਨੇ। ਘੜੀ ਹੈ ਸ਼ਬਦ ਸੱਚੀ ਟਕਸਾਲ, ਸ਼ਬਦ ਦੀ ਜਿਹੜੀ ਹੈ, ਸ਼ਬਦ ਦੁਆਰਾ ਇਹ ਜਿਹੜੀ ਹੈ ਘਾੜਤ ਘੜੀ ਜਾਵੇ। ਘੜੀ ਹੈ ਸ਼ਬਦ, ਗੁਰੂ ਦਾ ਸ਼ਬਦ, ਗੁਰੂ ਦਾ ਮੰਤਰ, ਨਾਮ। ਘੜੀ ਹੈ ਸ਼ਬਦ ਸੱਚੀ ਟਕਸਾਲ, ਸੱਚੀ ਟਕਸਾਲ ਜਿੱਥੇ ਸਿੱਕੇ ਟਲਦੇ ਨੇ, ਉਹ ਕੀ ਹੈ? ਸਤ ਸੰਗਤ ਜੋ ਹੈ, ਸਾਧ ਸੰਗਤ ਹੈ। ਇਹ ਸੱਚੀ ਟਕਸਾਲ ਦੇ ਵਿੱਚ ਜਿਹੜੀ ਹੈ
ਘੜੀ ਹੈ, ਇਹ ਘਾੜਤ ਘੜੀ ਜਾਂਦੀ ਹੈ ਸ਼ਬਦ ਦੀ। ਸੰਗਤ ਵਿੱਚ ਆ ਸਿਮਰ ਨਾਮ ਜਪਣਾ ਵਾ। ਘੜੀ ਹੈ ਸਭ ਸੱਚੀ ਟਕਸਾਲ। ਅਤੇ ਇਹ ਜਿਹੜਾ ਹੈਗਾ ਇਸ ਤਰ੍ਹਾਂ ਘਾੜਤ ਘੜੀ ਜਾਂਦੀ ਹੈ ਭਾਈ ਇਸ ਦੀ, ਇਸ ਜੀਵ ਦੀ, ਇਸ ਸ਼ਬਦ ਦੁਆਰਾ। ਜਿਨ ਕੋ ਨਦਰ ਕਰਮ ਤਿਨ ਕਾਰ। ਜਿਨ੍ਹਾਂ 'ਤੇ ਭਾਈ ਬਖਸ਼ਿਸ਼ ਹੁੰਦੀ ਹੈ, ਨਦਰ ਹੁੰਦੀ ਹੈ। ਜਿਨ ਕੋ ਨਦਰ ਕਰਮ ਤਿਨ ਕਾਰ, ਜਿਨ੍ਹਾਂ 'ਤੇ ਬਖਸ਼ਿਸ਼ ਹੁੰਦੀ ਹੈ, ਦਇਆ ਹੁੰਦੀ ਹੈ ਅਕਾਲ ਪੁਰਖ ਦੀ। ਐਵੇਂ ਤਾਂ ਨਹੀਂ ਮਿਲਦੀ ਹੈ ਬਖਸ਼, ਬਿਨਾਂ ਬਖਸ਼ਿਸ਼ ਤੋਂ। ਜਿਨ੍ਹਾਂ 'ਤੇ ਨਦਰ ਹੁੰਦੀ ਹੈ ਜੀਵਾਂ ਦੇ ਉੱਤੇ, ਕਿਰਪਾ ਹੁੰਦੀ ਹੈ ਭਾਈ ਜਿਨ੍ਹਾਂ ਜੀਵਾਂ ਦੇ ਉੱਤੇ ਜਿਹੜੇ ਸ਼ਰਨ ਵਿੱਚ ਆ ਗਏ, ਸੇਵਾ ਸਿਮਰਨ ਕਰਦੇ ਨੇ, ਇਹ ਗੁਣ ਧਾਰਨ ਕਰਦੇ ਹਨ, ਫਿਰ ਕਿਰਪਾ ਹੁੰਦੀ ਹੈ। ਜਿਨ ਕੋ ਨਦਰ ਕਰਮ ਤਿਨ ਕਾਰ, ਉਹਨਾਂ 'ਤੇ ਇਹ ਬਖਸ਼ਿਸ਼ ਹੁੰਦੀ ਹੈ। ਨਾਨਕ ਨਦਰੀ ਨਦਰ ਨਿਹਾਲ। ਬਸ ਫਿਰ ਨਦਰੋਂ ਨਦਰ ਨਿਹਾਲ ਹੋ ਜਾਂਦਾ ਹੈ। ਇੱਕ ਨਦਰ ਪੈਣ ਦੇ ਨਾਲ, ਇੱਕ ਨਿਗਾਹ ਪੈਣ ਦੇ ਨਾਲ ਇਹ, ਪਰੰਤੂ ਉਹ ਤੋਂ ਪਹਿਲਾਂ ਜਦੋਂ ਨਦਰੀ ਨਦਰ ਨਿਹਾਲ, ਤਾਂ ਹੁਣ ਹਰ ਇੱਕ ਕਹਿੰਦਾ ਨਦਰੋਂ ਨਦਰ ਨਿਹਾਲ ਹੋ, ਤੁਹਾਡੀ ਨਦਰ ਇਹ ਸਭ ਕੁਝ ਨਦਰੀ, ਪਰੰਤੂ ਨਦਰੀ ਨਦਰ ਨਿਹਾਲ ਹੋਣ ਵਾਸਤੇ ਆ ਵੀ ਤਾਂ ਕਰਨਾ ਪਊ ਪਹਿਲਾਂ। ਜਤ ਪਹਾਰਾ ਤੀਰਥ ਸੁਨਿਆਰ, ਅਹਰਨ ਮਤ ਵੇਦ ਹਥਿਆਲ, ਭਾਉ ਖੱਲਾ ਅਗਨ ਤਬ ਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸਭ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨ ਕਾਰ। ਨਾਨਕ ਨਦਰੀ ਨਦਰ ਨਿਹਾਲ। ਫਿਰ ਨਦਰੀ ਨਦਰ ਨਿਹਾਲ ਜਿਹੜਾ ਹੋ ਜਾਂਦਾ ਹੈ, ਫਿਰ ਸਿੱਖ ਕਿਰਪਾ ਹੋ ਜਾਂਦੀ ਹੈ। ਬਾਕੀ ਨਦਰੋਂ ਨਦਰ ਨਿਹਾਲ ਤਾਂ ਸਾਖੀਆਂ ਵੀ ਆਉਂਦੀਆਂ ਨੇ, ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ। ਇੱਕ ਪੁੱਛਦਾ ਹੈ, ਸੇਵਾ ਕਰਦਾ ਸਾਧੂਆਂ ਦੀ, ਸੰਤਾਂ ਦੀ ਸੇਵਾ ਕਰਦਾ ਹੈ, ਸੇਵਾ ਕਰਕੇ ਪੁੱਛਦਾ ਆਏਗੇ ਨੂੰ ਬਈ ਜਿਹੜਾ ਹੈ ਸਾਧੂਆਂ ਦੀ ਸੰਗਤ ਕਰਨ ਦਾ ਕੀ ਫਲ ਹੁੰਦਾ ਹੈ, ਸੰਤਾਂ ਦੀ ਸੰਗਤ ਕਰਨ ਦਾ ਕੀ ਫਲ ਹੁੰਦਾ ਹੈ, ਸੰਤਾਂ ਦੀ ਸੇਵਾ ਕਰਨ ਦਾ ਕੀ ਫਲ ਹੁੰਦਾ ਹੈ। ਕੋਈ ਕੁਛ ਕਹਿ ਜਾਂਦਾ, ਕੋਈ ਕੁਛ ਕਹਿ ਜਾਂਦਾ, ਭਾਈ ਸੇਵਾ ਤੋਂ ਇਹ ਫਲ ਮਿਲਦਾ, ਕੋਈ ਕਹਿੰਦਾ ਸੇਵਾ ਤੋਂ ਇਹ ਫਲ ਮਿਲਦਾ, ਪਰੰਤੂ ਨਿਸ਼ਾ ਨਹੀਂ ਉਹਦੀ ਹੋਈ ਕਿ ਮੈਂ ਕਿਵੇਂ ਦੇਖਾਂ। ਗੁਰੂ ਜੀ ਨੇ ਜਿਹੜੇ ਜਗਿਆਸੂ ਸੀ, ਭਗਤ ਸੀਗੇ, ਜਾਂ ਤਾਂ ਉਹ ਲੋਕ ਲੱਭੇ ਜਿਹੜੇ ਜਮਾਂ ਹੀ ਗਲਤ ਕਰਾਹੇ ਪਏ ਹੋਏ ਸੀ, ਉਹਨਾਂ ਨੂੰ ਜਾ ਕੇ ਮਾਰਗ ਪਾਇਆ ਮਹਾਰਾਜ ਨੇ, ਜਾਂ ਉਹ ਲੋਕ ਜਿਹੜੇ ਭਗਤੀ ਤਾਂ ਕਰਦੇ ਸੀ ਪਰਮਾਤਮਾ ਦੀ, ਪਰੰਤੂ ਉਹਨਾਂ ਨੂੰ ਅਜੇ ਕਿਰਪਾ ਨਹੀਂ ਸੀ ਹੋਈ, ਭਾਂਡੇ ਬਣੇ ਸੀ, ਉਹਨਾਂ ਨੂੰ ਜਾ ਕੇ ਫਿਰ ਨਦਰੋਂ ਨਦਰ ਨਿਹਾਲ ਕੀਤਾ। ਗੁਰੂ ਨਾਨਕ ਨੇ ਮਿਹਰ ਕੀਤੀ, ਜਿਹੜੇ ਅਧਿਕਾਰੀ ਬਣੇ ਸੀ, ਅਧਿਕਾਰੀਆਂ ਨੂੰ ਤਾਂ ਭਾਈ ਲਾਲੋ ਵਰਗੇ ਨੂੰ ਢੂੰਡ ਢੂੰਡ ਕੇ ਲੱਭਿਆ ਮਹਾਰਾਜ ਨੇ, ਫਿਰ ਸ਼ਿਵਨਾਥ ਵਰਗੇ, ਝੰਡੇ ਵਾਢੀ ਵਰਗੇ, ਦੂਸਰੇ ਪਾਸੇ ਕੋਡੀ ਰਾਖਸ਼ ਵਰਗੇ, ਸੱਜਣ ਠੱਗ ਵਰਗੇ, ਅਤੇ ਜਿਹੜੇ ਹਨ, ਜਿਹੜੇ ਵਿੱਚ ਵਿਚਾਲੇ ਵਾਲੇ ਹੁੰਦੇ, ਨਾ ਇੱਧਰ ਨਾ ਉੱਧਰ, ਥੋੜ੍ਹੇ ਚੰਗੇ ਕਰਮ ਕਰ ਲਏ, ਥੋੜ੍ਹੇ ਮਾੜੇ ਕਰ ਲਏ, ਵਿੱਚ ਵਿਚਾਲੇ ਵਾਲੀ ਜ਼ਿਆਦਾ ਦੁਨੀਆ ਹੁੰਦੀ ਹੈ। ਸੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਇੱਕ ਤਾਂ ਜਿਹੜੇ ਬਿਲਕੁਲ ਹੀ ਆਪਣਾ ਕੁਰਾਹੇ ਪਏ ਸੀ, ਉਹਨਾਂ ਨੂੰ ਸਿੱਧੇ ਰਸਤੇ ਪਾਇਆ, ਲੋਕਾਂ ਨੂੰ ਵਹਿਮਾਂ ਭਰਮਾਂ 'ਚ ਫਸਿਆ ਨੂੰ ਵੀ, ਅਤੇ ਦੂਸਰਾ ਜਿਹੜੇ ਅਟਕਾਰ ਵਿੱਚ ਸੀ, ਭਗਤੀ ਕਰਦੇ ਸੀ, ਚਾਹੁੰਦੇ ਸੀ, ਇੱਛਾ ਸੀ, ਭਾਵੇਂ ਉਹ ਜੋਗੀ ਸੀ, ਭਾਵੇਂ ਉਹ ਸਿੱਧ ਸੀ, ਭਾਵੇਂ ਭਗਤ ਸੀ, ਭਾਵੇਂ ਪੂਜਾ ਕਰਦੇ ਸੀ, ਭਾਵੇਂ ਕਿਸੇ ਧਰਮ ਨਾਲ ਵੀ ਸੰਬੰਧ ਰੱਖਦੇ ਸੀ, ਉਹਨਾਂ ਨੂੰ ਤਾਰਿਆ ਮਹਾਰਾਜ ਨੇ, ਕਿਰਪਾ ਕੀਤੀ। ਸੋ ਹੁਣ ਉਹ ਸੇਵਾ ਕਰਦਾ, ਸੰਤਾਂ ਨੂੰ ਆਪਣੇ ਕੋਲ ਰੱਖਦਾ, ਸੇਵਾ ਕਰਦਾ, ਸੇਵਾ ਸੁਵਾ ਕਰਕੇ ਚੰਗਾ, ਫਿਰ ਜਦੋਂ ਜਾਣ ਲੱਗਦੇ ਨੇ ਫਿਰ ਪੁੱਛਦਾ ਵੀ ਦੱਸੋ ਸੰਤਾਂ ਦੀ ਸੇਵਾ ਕਰਨ ਦਾ ਕੀ ਫਲ ਹੁੰਦਾ ਹੈ, ਸੰਤਾਂ ਦੀ ਕਿਰਪਾ ਦ੍ਰਿਸ਼ਟੀ ਦਾ ਕੀ ਫਲ ਹੁੰਦਾ ਹੈ, ਸੰਤਾਂ ਦੀ ਨਜ਼ਰ ਦਾ ਕੀ ਫਲ ਹੁੰਦਾ ਹੈ। ਸਾਰੇ ਆਪਣੀ ਆਪਣੀ ਕੋਈ ਗੱਲਬਾਤ ਕੁਛ ਨਾ ਕੁਛ ਕਹਿ ਜਾਂਦੇ ਹਨ, ਭਾਈ ਕਰਦੇ ਰਹੋ, ਹਿੰਮਤ ਕਰੋ, ਇਹ ਫਲ ਹੁੰਦਾ। ਗੁਰੂ ਨਾਨਕ ਪਾਤਸ਼ਾਹ ਉਸ ਦੇ ਕੋਲ ਚਲੇ ਗਏ, ਗੁਰੂ ਮਹਾਰਾਜ ਦੀ ਸੇਵਾ ਕੀਤੀ, ਸਤਸੰਗ ਕੀਤਾ, ਅਤੇ ਗੁਰੂ ਮਹਾਰਾਜ ਨੂੰ ਵੀ ਇਹੀ ਪ੍ਰਸ਼ਨ ਉਸਨੇ ਕੀਤਾ, ਪ੍ਰੇਮੀ ਨੇ, ਮਹਾਰਾਜ ਜੀ ਵੀ ਇਹ ਸੰਤਾਂ ਦੀ ਸੇਵਾ ਦਾ ਕੀ ਫਲ ਹੁੰਦਾ ਹੈ, ਇਹ ਦੱਸੋ ਮਹਾਰਾਜ ਜੀ। ਸੰਤਾਂ ਦੀ ਸੰਗਤ ਦਾ ਕੀ ਫਲ ਹੁੰਦਾ ਹੈ, ਸੰਤਾਂ ਦੀ ਨਜ਼ਰ ਦਾ ਕੀ ਫਲ ਹੁੰਦਾ ਹੈ। ਨਜ਼ਰ ਦਾ ਵੀ ਫਲ ਹੁੰਦਾ, ਨਿਗਾਹ ਪੈ ਜਾਵੇ ਨਿਗਾਹ ਦਾ ਵੀ ਫਲ ਹੁੰਦਾ, ਨਿਗਾਹ ਹੀ ਪੈ ਜਾਵੇ, ਕਿਰਪਾ ਨਿਗਾਹ 'ਚ ਫਰਕ, ਕਿਰਪਾ ਦ੍ਰਿਸ਼ਟੀ, ਇੱਕ ਨਿਗਾਹ ਤਾਂ ਹੁੰਦੀ ਹੈ ਨਦਰੂ ਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਇੰਦਾ, ਜੇ ਕਹਿਰੀ ਨਿਗਾਹ ਹੋ ਗਈ, ਪੁੱਠੀ ਨਜ਼ਰ ਹੋ ਗਈ ਜੇ ਕਿਤੇ, ਤਾਂ ਫਿਰ ਕੀ ਹੁੰਦਾ, ਸੁਲਤਾਨਾ ਬਾਦਸ਼ਾਹ ਨੂੰ ਜਿਹੜਾ ਹੈਗਾ ਘਾਹ ਖੋਤਣ ਤੱਕ ਲਾ ਦਿੰਦਾ ਹੈ।
ਜੇ ਨਦਰ ਉਸ ਦੀ ਪੁੱਠੀ ਹੋ ਜਾਏ। ਜਦੋਂ ਕਿਰਪਾ ਦੀ ਨਦਰ, ਕਿਰਪਾ ਕਟਾਖ, ਕਟਾਖ ਕਹਿੰਦੇ ਨਦਰ ਨੂੰ, ਅੱਖਾਂ ਦੀ ਕਿਰਪਾ ਕਟਾਖ, ਅਵਲੋਕਨ ਕੀਨੋ, ਅਵਲੋਕਨ ਦੇਖਣਾ ਕੀਤਾ, ਕਿਰਪਾ ਕਟਾਖ ਅਵਲੋਕਨ ਕੀਨੋ। ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ, ਅੰਮ੍ਰਿਤ ਦ੍ਰਿਸ਼ਟੀ ਹੁੰਦੀ ਹੈ। ਕਿਉਂ ਕਹਿੰਦੇ ਨੇ ਫਲਾਣੇ ਦੀ ਨਿਗਾਹ, ਫਲਾਣੇ ਦੀ ਨਜ਼ਰ ਲੱਗ ਗਈ, ਫਲਾਣੇ ਦੀ ਨਜ਼ਰ ਲੱਗ ਗਈ, ਮਤਲਬ ਨਜ਼ਰ ਵੀ ਲੱਗਦੀ ਹੈ। ਜੋ ਚੰਗੀ ਦ੍ਰਿਸ਼ਟੀ ਹੁੰਦੀ ਹੈ, ਮਾੜੀ ਵੀ ਤਾਂ ਹੁੰਦੀ ਹੋਊਗੀ, ਫਿਰ ਹੌਕੇ ਲੈਣ ਵਾਲੀ ਵੀ ਤਾਂ ਹੁੰਦੀ ਹੀ ਨੇ। ਫਿਰ ਇਸ ਕਰਕੇ ਬਾਣੀ ਵਿੱਚ ਲਿਖਿਆ ਹੈ, ਰਾਮ ਨਾਮ ਜੋ ਜਨ ਜਪੈ, ਆਨ ਦਿਨ ਸਦ ਜਾਗੈ। ਜੋ ਪਰਮਾਤਮਾ ਦਾ ਨਾਮ ਜਪਦਾ ਭਾਈ ਦਿਨ ਰਾਤ, ਤੰਤ ਮੰਤ ਨਾ ਜੋ ਹੋਈ, ਤਿਤ ਚਾਖ ਨਾ ਲਾਗੈ। ਉਹਨੂੰ ਕੋਈ ਤੰਤਰ ਨਹੀਂ ਲੱਗ ਸਕਦਾ, ਕੋਈ ਉਸ ਨੂੰ ਜੰਤਰ ਮੰਤਰ ਕਿਸੇ ਦਾ ਨਹੀਂ ਲੱਗ। ਕਹਿੰਦੇ ਨੇ ਫਲਾਣੇ ਨੇ ਆਹ ਕਰਾਤਾ, ਫਲਾਣੇ ਨੇ ਉਹ ਕਰਾਤਾ। ਭਾਈ ਜਿਹੜੇ ਬਾਣੀ ਪੜ੍ਹਦੇ ਨੇ, ਰੱਬ ਦਾ ਨਾਂ ਲੈਂਦੇ ਨੇ, ਉਹਨਾਂ ਨੂੰ ਨਹੀਂ ਕੋਈ ਕੁਛ ਕਰ ਸਕਦਾ ਹੈ। ਤੰਤ ਮੰਤ ਨਾ ਜੋ ਹੋਈ, ਤਿਤ ਚਾਖ ਨਾ ਲਾਗੈ। ਚਾਖ ਉਹਨਾਂ ਨੂੰ ਨਜ਼ਰ ਵੀ ਨਹੀਂ ਲੱਗਦੀ ਹੈ, ਉਹਨਾਂ ਨੂੰ ਕੀ ਨਜ਼ਰ ਲੱਗਦੀ ਹੈ। ਜੋ ਉਹਨਾਂ ਨੂੰ ਕੋਈ ਤੰਤਰ ਨਹੀਂ ਲੱਗਦਾ, ਕੋਈ ਮੰਤਰ, ਬੁਰੇ ਮੰਤਰ ਇਸ ਤਰ੍ਹਾਂ ਦੀ ਵੀ ਹੁੰਦੀਆਂ ਸ਼ਕਤੀਆਂ ਦੁਨੀਆ ਵਿੱਚ, ਤੰਤਰ ਹੈਗੇ, ਜੰਤਰ ਮੰਤਰ। ਜਿਵੇਂ ਅਸੀਂ ਬੇਨਤੀ ਕੀਤੀ ਸੀ ਦਿਵਾਲੀ 'ਤੇ, ਇਹੀ ਕੰਮ ਕਰਦੇ ਨੇ ਬਹੁਤੇ ਤਾਂ, ਜੰਤਰਾਂ ਮੰਤਰ, ਬੁਰਾ ਕਰਨਾ ਬਸ। ਫਲਾਣੇ ਦਾ ਬੁਰਾ ਕਿਵੇਂ ਹੋਊਗਾ, ਗੁਆਂਢੀ ਦਾ ਬੁਰਾ ਕਿਵੇਂ ਹੋਊਗਾ, ਫਲਾਣੇ ਦਾ ਕੋਈ ਬੁਰਾ ਕਿਵੇਂ ਹੋਊਗਾ, ਫਲਾਣੀ ਦੀ ਲੜਕੀ ਜਵਾਨ ਹੋਈ ਹੈ, ਇਹ ਕਿਵੇਂ ਕੁਰਾਹੇ ਪੈ ਜਾਵੇ, ਕੋਈ ਕਿਸੇ ਦਾ ਕੱਪੜਾ ਲੈ ਲਓ, ਕਿਸੇ ਦਾ ਫਲਾਣਾ, ਇਹੋ ਜਿਹੇ ਫਿਰ ਦੱਸਦੇ ਰਹਿੰਦੇ ਨੇ। ਫਿਰ ਜਿਹੜੇ ਆਪਣਾ ਪੈਸੇ ਬਣਾਉਣ ਵਾਲੇ ਹੁੰਦੇ ਨੇ ਭਾਈ, ਜਾਦੂ ਟੂਣਿਆਂ ਵਾਲੇ ਸਿਆਣੇ ਬਿਆਣੇ, ਫਲਾਣੇ ਦਾ ਆਹ ਚੀਜ਼ ਲਿਆਈ, ਤੂੰ ਕਿਸੇ ਦੀ ਜੁੱਤੀ ਚੱਕ ਲਈ, ਫਲਾਣੀ ਚੀਜ਼ ਲਈ, ਫਿਰ ਐਂ ਕਰ ਦਾਂਗੇ ਆਪਾਂ, ਉਹ ਕਰ ਦਾਂਗੇ ਫਲਾਣਾ। ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਰਹਿੰਦੀ ਹੈ ਦੁਨੀਆ। ਜਾਂ ਫਿਰ ਤੰਤਰ ਜਿਹੜੇ ਹਨ, ਤਿੰਨ ਚੀਜ਼ਾਂ ਰਲਾ ਕੇ ਕੋਈ ਆਪਣਾ ਤੰਤਰ, ਜੰਤਰ, ਇੱਕ ਜੰਤਰ ਹੁੰਦਾ ਲਿਖ ਕੇ, ਤੰਤਰ ਐ ਚੀਜ਼ਾਂ ਮਿਲਾ ਕੇ, ਇੱਕ ਹੁੰਦਾ ਮੰਤਰ ਪੜ੍ਹ ਕੇ। ਇਸ ਕਰਕੇ ਇੱਕ ਜੰਤਰ, ਮੰਤਰ ਅਤੇ ਤੰਤਰ ਤਿੰਨ ਤਰ੍ਹਾਂ ਦੇ ਹੁੰਦੇ ਨੇ। ਪਰੰਤੂ ਪ੍ਰਭੂ ਦਾ ਨਾਮ ਹੀ ਤੰਤਰ ਹੈ, ਪ੍ਰਭੂ ਦਾ ਨਾਮ ਹੀ ਮੰਤਰ ਹੈ, ਪ੍ਰਭੂ ਦਾ ਨਾਮ ਹੀ ਜੰਤਰ ਹੈ। ਇਹ ਤੋਂ ਉੱਪਰ ਕੋਈ ਜੰਤਰ ਮੰਤਰ ਤੰਤਰ ਨਹੀਂ ਹੈ। ਇਸ ਤਰ੍ਹਾਂ ਦੇ ਜਿਹੜੇ ਸਾਨੂੰ ਕਰਮ ਕਰਦੇ ਹੁੰਦੇ ਨੇ। ਮਹਾਰਾਜ ਕਹਿੰਦੇ ਨੇ, ਰਾਮ ਨਾਮ ਜੋ ਜਨ ਜਪੈ, ਆਨ ਦਿਨ ਸਦ ਜਾਗੈ, ਤੰਤ ਮੰਤ ਨਾ ਜੋ ਹੋਈ, ਤਿਤ ਚਾਖ ਨਾ ਲਾਗੈ। ਨਾ ਉਹਨਾਂ ਨੂੰ ਕੋਈ ਜੰਤਰ, ਨਾ ਕੋਈ ਮੰਤਰ ਲੱਗਦਾ, ਨਾ ਉਹਨਾਂ ਨੂੰ ਕੋਈ ਨਜ਼ਰ ਲੱਗਦੀ ਹੈ ਕਿਸੇ ਦੀ। ਸੋ ਹੁਣ ਗੁਰੂ ਨਾਨਕ ਜੀ ਨੂੰ ਵੀ ਪੁੱਛਿਆ ਵੀ ਮਹਾਰਾਜ ਤੁਸੀਂ ਕਿਰਪਾ, ਗੁਰੂ ਨਾਨਕ ਜੀ ਕਹਿੰਦੇ ਅੱਛਾ ਭਾਈ, ਤੇਰੇ ਸਵਾਲ ਦਾ ਜਵਾਬ ਮਿਲ ਜਾਵੇਗਾ। ਅਤੇ ਕਿਉਂਕਿ ਉਹ ਕਹਿਣ ਦੇ ਨਾਲ ਤਾਂ ਬਹੁਤ ਨੇ ਸਵਾਲ ਦੇ ਜਵਾਬ ਦੇ ਦਿੱਤੇ ਨੇ, ਪਰੰਤੂ ਉਹਦੀ ਨਿਸ਼ਾਨੀ ਹੋਈ। ਗੁਰੂ ਜੀ ਨੇ ਉਸ ਨੂੰ ਪ੍ਰੈਕਟੀਕਲ ਜਿਹੜਾ ਹੈ ਕਰਕੇ ਦਿਖਾਇਆ। ਧੰਨ ਗੁਰੂ ਨਾਨਕ ਜੀ ਨੇ, ਭਾਈ ਤੂੰ ਜੰਗਲ ਨੂੰ ਚਲਿਆ ਜਾਈਂ, ਇੰਨੀ ਕੁ ਦੂਰ ਇੱਕ ਦਰਖਤ ਆਵੇਗਾ, ਦਰਖਤ ਦੇ ਉੱਤੇ ਦੇਖੀ ਫਿਰ ਕੀ ਉੱਥੇ ਹੈ। ਅਤੇ ਇਹ ਚਲਿਆ ਗਿਆ। ਉੱਥੇ ਜਾ ਕੇ ਕੀ ਵੇਖਿਆ, ਉੱਥੇ ਜਿਵੇਂ ਗੁਰੂ ਜੀ ਨੇ ਦੱਸਿਆ ਸੀਗਾ, ਉੱਥੇ ਆਪਣਾ ਦੋ ਨੇ ਕਾਂ ਕਾਣੀ, ਅਤੇ ਉੱਥੇ ਆਲਣੇ 'ਚ ਬੈਠੇ ਹਨ, ਦਰਖਤ 'ਤੇ ਬੈਠੇ ਹਨ। ਉਹ ਇਸ ਨੇ ਆ ਕੇ ਦੱਸਿਆ, ਮਹਾਰਾਜ ਉੱਥੇ ਹੋਰ ਤਾਂ ਕੋਈ ਹੈ ਨਹੀਂ ਸੀ ਜਵਾਬ ਦੇਣ ਵਾਲਾ, ਅਤੇ ਕਾਂ ਅਤੇ ਕੌਣੀਓ ਬੈਠੇ ਸੀਗੇ ਉੱਥੇ, ਕਾਲੇ ਕਾਂ। ਗੁਰੂ ਜੀ ਕਹਿਣ ਲੱਗੇ, ਭਾਈ ਤੇਰੇ ਸਵਾਲ ਦਾ ਜਵਾਬ ਮਿਲ ਜਾਵੇਗਾ, ਅੱਜ ਫੇਰ ਜਾਈਂ ਤੂੰ ਉੱਥੇ। ਫਿਰ ਉਹ ਚਲਿਆ ਗਿਆ। ਫਿਰ ਉੱਥੇ ਕੀ ਦੇਖਿਆ, ਉਹ ਕਾਂ ਅਤੇ ਕੌਣੀ ਦਾ ਤਾਂ ਨਹੀਂ ਜੋੜਾ ਹੈਗਾ, ਉੱਥੇ ਕਿ ਬਗਲਿਆਂ ਦਾ ਜੋੜਾ ਬੈਠਾ ਹੈ, ਚਿੱਟੇ ਚਿੱਟੇ। ਫਿਰ ਉੱਥੇ ਦੇਖਿਆ ਬੈਠਾ ਆਲੇ ਦੁਆਲੇ, ਹੋਰ ਤਾਂ ਕੋਈ ਬੈਠਾ ਨਹੀਂ, ਕੱਲ੍ਹ ਕਾਂ ਬੈਠੇ ਸੀ, ਅੱਜ ਬਗਲੇ ਬੈਠੇ ਨੇ। ਫਿਰ ਵੀ ਆ ਗਿਆ। ਗੁਰੂ ਮਹਾਰਾਜ ਕਹਿਣ ਲੱਗੇ, ਫਿਰ ਆ ਕੇ ਕਹਿੰਦੇ ਜੀ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ, ਉੱਥੇ ਕੋਈ ਵੀ ਨਹੀਂ ਹੈ ਜਵਾਬ ਦੇਣ ਵਾਲਾ। ਗੁਰੂ ਮਹਾਰਾਜ ਕਹਿੰਦੇ ਕੀ ਸੀ ਭਾਈ ਉੱਥੇ? ਕਹਿੰਦੇ ਹੋਰ ਤਾਂ ਕੁਛ ਨਹੀਂ ਸੀ, ਬਗਲੇ ਬੈਠੇ ਸੀ ਦੋ। ਮਹਾਰਾਜ ਕਹਿੰਦੇ ਅੱਛਾ, ਤੇਰੇ ਸਵਾਲ ਦਾ ਜਵਾਬ ਉੱਥੇ ਹੀ ਮਿਲੇਗਾ, ਫਿਰ ਜਾਓ। ਫਿਰ ਤੀਸਰੇ ਦਿਨ ਜਾਂਦਾ ਹੈ, ਉੱਥੇ ਕੀ ਦੇਖਦਾ ਹੈ, ਉੱਥੇ ਹੰਸਾਂ ਦਾ ਜੋੜਾ ਬੈਠਾ ਹੈ। ਕੁਛ ਸਮਾਂ ਬੈਠਾ ਰਿਹਾ, ਦੇਖਦਾ ਰਿਹਾ, ਫਿਰ ਵਾਪਸ ਆ ਗਿਆ। ਗੁਰੂ ਜੀ ਕਹਿਣਗੇ ਭਾਈ ਤੇਰੇ ਸਵਾਲ ਦਾ ਜਵਾਬ ਮਿਲ ਗਿਆ? ਕਹਿੰਦੇ ਨਹੀਂ, ਮੈਨੂੰ ਤਾਂ ਕੋਈ ਸਵਾਲ ਦਾ ਜਵਾਬ ਨਹੀਂ ਮਿਲਿਆ ਹੈ। ਕਹਿੰਦੇ ਅੱਛਾ ਭਾਈ, ਤੇਰੇ ਸਵਾਲ ਦਾ ਜਵਾਬ ਮਿਲਿਆ ਨਹੀਂ, ਕੀ ਸੀ ਉੱਥੇ? ਕਹਿੰਦੇ ਹੰਸਾਂ ਦਾ ਜੋੜਾ ਬੈਠਾ ਸੀ। ਮਹਾਰਾਜ ਕਹਿੰਦੇ ਅੱਛਾ, ਹੰਸਾਂ ਦਾ ਜੋੜਾ ਬੈਠਾ ਸੀ, ਜਾਓ
ਤੇਰੇ ਸਵਾਲ ਦਾ ਜਵਾਬ ਅੱਜ ਮਿਲ ਜਾਵੇਗਾ। ਉਹ ਫਿਰ ਚਲਿਆ ਗਿਆ। ਉੱਥੇ ਫਿਰ ਜਿਹੜਾ ਉਸਨੇ ਫਿਰ ਕੀ ਦੇਖਿਆ, ਹੰਸਾਂ ਦਾ ਜੋੜਾ। ਉੱਥੇ ਫਿਰ ਜੋ ਇਸਤਰੀ ਪੁਰਸ਼ ਬੈਠੇ ਹਨ, ਅਤੇ ਇਸ ਦੀ ਜਦੋਂ ਦ੍ਰਿਸ਼ਟੀ ਪਈ, ਉਹਨਾਂ ਨੇ ਫਿਰ ਦਿਵ ਰੂਪ ਧਾਰਨ ਕੀਤੇ। ਦਿਵ ਰੂਪ ਧਾਰਨ ਕਰਕੇ ਬੈਕੁੰਠਾਂ ਨੂੰ ਚੱਲੇ, ਬੈਬਾਨ ਆ ਗਏ ਲੈਣ ਵਾਸਤੇ। ਇਹ ਪੁੱਛਦਾ, ਕਹਿੰਦੇ ਮੇਰੇ ਸਵਾਲ ਦਾ ਜਵਾਬ ਤਾਂ ਦੇ ਜੋ। ਕਹਿੰਦੇ ਤੈਨੂੰ ਅਜੇ ਤੇਰੇ ਸਵਾਲ ਦਾ ਜਵਾਬ ਮਿਲਿਆ ਹੀ ਨਹੀਂ ਹੈ। ਕਹਿੰਦੇ ਨਹੀਂ, ਮੈਨੂੰ ਤਾਂ ਮੇਰੇ ਸਵਾਲ ਦਾ ਜਵਾਬ ਮਿਲਿਆ ਨਹੀਂ। ਕਹਿੰਦੇ ਭਾਈ ਅਸੀਂ ਕਾਂ ਹੁੰਦੇ ਸੀ, ਕਾਂ। ਤੇਰੇ ਘਰ ਜੋ ਆਏ ਹੋਏ ਨੇ ਨਾ, ਉਹਨਾਂ ਦੀ ਦ੍ਰਿਸ਼ਟੀ ਤੇਰੇ 'ਤੇ ਪਈ, ਉਹਨਾਂ ਦੀ ਦ੍ਰਿਸ਼ਟੀ ਤੇਰੇ 'ਤੇ ਪਈ, ਅਤੇ ਉਹਨਾਂ ਦੀ ਸੰਗਤ ਕੀਤੀ, ਅਤੇ ਉਹਨਾਂ ਦੀ ਸੇਵਾ ਕੀਤੀ, ਅਤੇ ਸਾਡੇ 'ਤੇ ਦ੍ਰਿਸ਼ਟੀ ਪਈ। ਅਸੀਂ ਕਾਵਾਂ ਤੋਂ ਬਗਲੇ ਬਣ ਗਏ। ਇਨਸਾਨ ਜਦੋਂ ਸੰਗਤ ਕਰਦਾ ਨਾ, ਪਹਿਲਾਂ ਤਾਂ ਕਾਂ ਹੀ ਹੁੰਦਾ ਹੈ, ਸੁਭਾਅ ਕਾਵਾਂ ਵਾਲੇ ਹੁੰਦਾ, ਫਿਰ ਬਗਲੇ ਬਣ ਜਾਂਦਾ ਹੈ। ਬਾਹਰੋਂ ਦਾ ਰੂਪ ਉਹਦਾ ਚਿੱਟਾ ਹੋ ਜਾਂਦਾ, ਅੰਦਰੋਂ ਨਹੀਂ ਬਦਲਦਾ, ਅੰਦਰੋਂ ਅਜੇ ਉਵੇਂ ਹੁੰਦਾ। ਫਿਰ ਬਗਲੇ ਬਣ ਗਏ, ਤੇਰੀ ਦ੍ਰਿਸ਼ਟੀ ਸਾਡੇ 'ਤੇ ਪਈ, ਫਿਰ ਤੂੰ ਫੇਰ ਆਇਆ। ਫਿਰ ਜਿਹੜੀ ਹੈ ਤੂੰ ਉਹਨਾਂ ਦੀ ਸੰਗਤ ਜੋ ਸੇਵਾ ਕਰਦਾ, ਉਹਨਾਂ ਦੀ ਦ੍ਰਿਸ਼ਟੀ ਤੇਰੇ 'ਤੇ ਪਈ, ਫਿਰ ਸਾਡੇ 'ਤੇ ਦ੍ਰਿਸ਼ਟੀ ਪਈ। ਤੇਰੀ ਦ੍ਰਿਸ਼ਟੀ ਪੈਣ ਦੇ ਨਾਲ ਹੀ ਜਿਹੜਾ ਅਸੀਂ ਬਗਲਿਆਂ ਤੋਂ ਹੰਸ ਬਣ ਗਏ। ਹੰਸ ਕੀ ਹੁੰਦੇ ਨੇ? ਬਾਹਰੋਂ ਵੀ ਚਿੱਟੇ ਹੁੰਦੇ ਅਤੇ ਅੰਦਰੋਂ ਵੀ ਉਹ ਡੱਡੀਆਂ ਨਹੀਂ ਖਾਂਦੇ, ਮੱਛੀਆਂ ਨਹੀਂ ਖਾਂਦੇ, ਉਹਨਾਂ ਦੀ ਖੁਰਾਕ ਵੀ ਠੀਕ ਹੁੰਦੀ ਹੈ। ਭਾਵ ਜਦੋਂ ਫਿਰ ਹੰਸ ਬਣ ਜਾਂਦਾ ਸੰਗਤ ਕਰਕੇ ਨਾ, ਗੁਰੂ ਦੇ ਦਰਸ਼ਨ ਕਰਕੇ, ਸੰਗਤ ਕਰਕੇ, ਫਿਰ ਅੰਦਰੋਂ ਵੀ ਇੱਕੋ ਹੁੰਦਾ, ਬਾਹਰੋਂ ਵੀ ਇੱਕ ਹੁੰਦਾ ਹੈ। ਸਿੱਖ ਜੋ ਹੁੰਦਾ ਹੈ ਉਹ ਬਾਹਰੋਂ ਵੀ ਹੰਸ ਹੀ ਹੁੰਦਾ, ਅੰਦਰੋਂ ਵੀ ਹੰਸ ਹੀ ਹੁੰਦਾ ਹੈ, ਬਗਲਾ ਨਹੀਂ ਹੁੰਦਾ ਹੈ। ਅਤੇ ਫਿਰ ਕਹਿੰਦੇ ਫਿਰ ਤੇਰੀ ਦ੍ਰਿਸ਼ਟੀ ਪਈ ਜਦੋਂ ਸਾਡੇ ਕੋਲ ਫਿਰ ਆਇਆ। ਗੁਰੂ ਦੀ ਕਿਰਪਾ, ਗੁਰੂ ਦੀ ਸੇਵਾ, ਗੁਰੂ ਦੀ ਸੰਗਤ, ਉਹਨਾਂ ਦੀ ਦ੍ਰਿਸ਼ਟੀ ਤੇਰੇ 'ਤੇ ਪਈ, ਤੇਰੀ ਦ੍ਰਿਸ਼ਟੀ ਸਾਡੇ 'ਤੇ ਪਈ। ਇਨਸਾਨੀ ਜਾਮਾ ਧਾਰਨ ਕਰਕੇ ਹੁਣ ਅਸੀਂ ਬੈਕੁੰਠਾਂ ਨੂੰ ਚੱਲੇ ਹਾਂ। ਭਾਈ ਤੂੰ ਅਜੇ ਵੀ ਪੁੱਛਦਾ ਹੈ ਵੀ ਸੇਵਾ ਕਰਨ ਦਾ ਕੀ ਫਲ ਹੁੰਦਾ, ਸੰਗਤ ਕਰਨ ਦਾ ਕੀ ਫਲ ਹੁੰਦਾ, ਅਤੇ ਨਦਰ ਦਾ ਕੀ ਫਲ ਹੁੰਦਾ ਹੈ। ਤੇਰੇ 'ਤੇ ਉਹਨਾਂ ਦੀ ਨਜ਼ਰ ਪਈ ਹੈ, ਤੇਰੀ ਨਜ਼ਰ ਸਾਡੇ 'ਤੇ ਪਈ ਹੈ, ਅਤੇ ਅਸੀਂ ਬੈਕੁੰਠਾਂ ਨੂੰ ਚੱਲੇ ਹਾਂ। ਜਾਓ ਉਹਨਾਂ ਦੀ ਸੇਵਾ ਕਰ ਲੈ। ਤੇਰੇ ਘਰ ਪਰਮੇਸ਼ਰ ਆਇਆ ਹੋਇਆ ਹੈ, ਤੇਰੇ ਘਰ ਰੱਬ ਆਇਆ ਹੈ, ਤੇਰੇ ਘਰ ਸੰਤਾਂ ਦੇ ਰੂਪ ਦੇ ਵਿੱਚ, ਸੰਤਾਂ ਦੇ ਰੂਪ ਦੇ ਵਿੱਚ ਤੇਰੇ ਘਰ ਰੱਬ ਆਇਆ। ਸਾਧ ਰੂਪ ਆਪਣਾ ਤਨ ਧਾਰਿਆ, ਸਾਧੂ ਰੂਪ ਦੇ ਵਿੱਚ ਆਇਆ ਹੈ ਤੇਰੇ ਘਰ ਦੇ ਵਿੱਚ। ਉਹ ਸਾਧੂ ਰੂਪ ਹੀ ਧਾਰਨ ਕਰਦਾ ਪਰਮੇਸ਼ਰ ਜਦੋਂ ਧਾਰਨ ਕਰਦਾ ਹੈ। ਘਰ ਪਰਮੇਸ਼ਰ ਆਇਆ, ਤੇਰੇ ਘਰ ਪਰਮੇਸ਼ਰ ਆਇਆ। 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 ਤੂੰ ਜਾਣੀ ਨਾ ਜਾਣੀ, 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 ਤੇਰੇ ਘਰ ਪਰਮੇਸ਼ਰ ਆਇਆ। ਘਰ ਪਰਮੇਸ਼ਰ ਆਇਆ, 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 ਤੇਰੇ ਘਰ ਪਰਮੇਸ਼ਰ ਆਇਆ। ਤੂੰ ਜਾਣੀ ਨਾ ਜਾਣੀ, 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 ਤੇਰੇ
ਘਰ ਪਰਮੇਸ਼ਰ ਆਇਆ। ਕੋਈ ਆਮ ਸਾਧੂ ਨਾ ਸਮਝ ਲਈ ਤੂੰ, ਤੇਰੇ ਘਰ ਵਿੱਚ ਪਰਮੇਸ਼ਰ ਆਇਆ ਹੈ। ਦੇਖ ਅਸੀਂ ਕਾਵਾਂ ਤੋਂ ਕੀ ਰੂਪ ਧਾਰਨ ਕਰਕੇ ਉਹਨਾਂ ਦੀ ਦ੍ਰਿਸ਼ਟੀ ਤੇਰੇ 'ਤੇ ਪਈ ਹੈ, ਤੇਰੀ ਦ੍ਰਿਸ਼ਟੀ ਹੀ ਸਾਡੇ 'ਤੇ ਪਈ ਹੈ, ਅਤੇ ਅਸੀਂ ਸੱਚਖੰਡ ਨੂੰ ਚੱਲੇ ਹਾਂ, ਵੈਕੁੰਠਾਂ ਨੂੰ ਚੱਲੇ ਹਾਂ। ਤੂੰ ਅਜੇ ਵੀ ਪੁੱਛ ਰਿਹਾ ਵੀ ਕੀ ਫਲ ਹੁੰਦਾ ਸੇਵਾ ਦਾ, ਸੰਗਤ ਦਾ। ਸੇ ਨੂੰ ਕਹਿੰਦੇ ਨੇ ਨਾਨਕ ਨਦਰੀ ਨਦਰ ਨਿਹਾਲ, ਇੱਕ ਨਦਰ ਦੇ ਨਾਲ ਹੀ ਨਿਹਾਲ ਕਰ ਦੇਣਾ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਅੰਮ੍ਰਿਤ ਦ੍ਰਿਸ਼ਟ ਵੇਖੈ ਹੋਏ ਸੰਤ। ਅੰਮ੍ਰਿਤ ਦ੍ਰਿਸ਼ਟੀ, ਜਿੱਥੇ ਆਮ ਦੁਨਿਆਵੀ ਲੋਕਾਂ ਦੀ ਕਹਿੰਦੇ ਨਜ਼ਰ ਲੱਗਦੀ ਹੈ, ਬ੍ਰਹਮ ਗਿਆਨੀ ਲੋਕਾਂ ਦੀ ਜਿਹੜੀ ਨਜ਼ਰ ਹੈ ਭਾਈ, ਉਹਨਾਂ ਦੀ ਨਜ਼ਰ ਅੰਮ੍ਰਿਤ ਹੈ। ਸੋ ਗੁਰੂ ਮਹਾਰਾਜ ਕਹਿੰਦੇ ਨੇ, ਦੁਆਰਾ ਪੜ੍ਹ। ਨਾਨਕ ਨਦਰੀ ਨਦਰ ਨਿਹਾਲ, ਨਦਰ ਦੇ ਨਾਲ ਹੀ ਨਿਹਾਲ ਹੋ ਜਾਂਦਾ। ਨਾਨਕ ਨਦਰੀ ਨਦਰ ਨਿਹਾਲ। ਸੋ ਹੋਰ ਵੀ ਕਿੰਨੀਆਂ ਮਹਾਰਾਜ ਜੀਆਂ ਦੀਆਂ ਸਾਖੀਆਂ ਨੇ, ਜਿਵੇਂ ਸੈਦ ਖਾਂ ਪਠਾਨ ਚੜ੍ਹ ਕੇ ਆਇਆ ਸੀ, ਮਹਾਰਾਜ ਦਸ਼ਮੇਸ਼ ਪਿਤਾ ਜੀ ਦੀ ਭੈਣ ਨਸੀਰਾਂ ਬੇਨਤੀਆਂ ਕਰਦੀ ਹੈ, ਮਹਾਰਾਜ ਕਿਰਪਾ ਕਰਿਓ, ਭੁੱਲਿਆ ਹੋਇਆ ਤੁਹਾਡੇ 'ਤੇ ਚੜ੍ਹ ਕੇ ਆ ਰਿਹਾ ਹੈ, ਕਿਰਪਾ ਕਰਿਓ, ਇਹਦੇ 'ਤੇ ਕਿਰਪਾ ਕਰਿਓ। ਸਾਰੀ ਰਾਤ ਬੇਨਤੀਆਂ ਕਰਦੀ ਰਹੀ ਉਹ ਬੈਠ ਕੇ। ਪੀਰ ਬੁੱਧੂ ਸ਼ਾਹ ਦੇ ਘਰੋਂ ਇਹ ਹੰਕਾਰ ਦੇ ਵਿੱਚ ਚੜ੍ਹ ਕੇ ਗਿਆ, ਕਹਿੰਦਾ ਮੈਂ ਕਲੰਗੀਆਂ ਵਾਲੇ ਨੂੰ ਕਹਿੰਦੇ ਮੈਂ ਪਕੜ ਕੇ ਲੈ ਕੇ ਆਊਂ, ਮੈਂ ਕਰੂੰਗਾ ਇਸ ਤਰ੍ਹਾਂ, ਫਲਾਣਾ ਬਾ ਅਨੰਦਪੁਰ ਸਾਹਿਬ ਨੂੰ ਫਲਾਣਾ ਕਰ ਦੂੰ, ਬਾਹ ਕਰ ਦੂੰ। ਪਰੰਤੂ ਸਾਰੀ ਰਾਤ ਬੇਨਤੀਆਂ ਕਰਦੀ ਰਹੀ ਉਹਦੀ ਭੈਣ ਨਸੀਰਾਂ, ਮੇਰੇ ਨਾਲ ਸਾਹਮਣੇ ਸਾਹਮਣੇ ਟੱਕਰ ਲੈਣ। ਮੈਂ ਕਿਹਾ ਬੀੜਾ ਚੁੱਕ ਕੇ ਆਇਆ ਪੂਰਾ। ਬੀੜਾ ਚੁੱਕਣ ਦਾ ਮਤਲਬ ਹੁੰਦਾ ਸੀ ਪਰਨ ਕਰਕੇ ਤਲਵਾਰ ਚੁੱਕ ਕੇ ਪਾਨ ਦਾ ਬੀੜਾ ਲੈ ਕੇ ਫਿਰ ਆਇਆ, ਨਾਲੇ ਵੀ ਮੇਰੇ ਨਾਲ ਗੁਰੂ ਲੜੇ, ਮੇਰੇ ਨਾਲ ਇਕੱਲੇ ਨਾਲ ਇਕੱਲਾ ਹੋਏ, ਮੈਂ ਮੇਰੇ ਆਮਣੇ ਸਾਹਮਣੇ ਆਵੇ। ਅਤੇ ਮੈਦਾਨੇ ਜੰਗ ਦੇ ਵਿੱਚ ਉਹਦੀਆਂ ਬੇਨਤੀਆਂ ਭੈਣ ਦੀਆਂ, ਕਿਉਂਕਿ ਪੀਰ ਬੁੱਧੂ ਸ਼ਾਹ ਦੇ ਬਹੁਤ ਮਹਾਰਾਜ ਦੇ ਪਿਆਰੇ ਸਨ। ਪਾਉਂਟਾ ਸਾਹਿਬ ਮਿਲਾਪ ਹੋਇਆ ਸੀਗਾ, ਅਤੇ ਉਹਨਾਂ ਦੇ ਕੋਲੋਂ ਬੀਬੀ ਨਸੀਰਾ ਉਸਨੇ ਬੇਨਤੀਆਂ ਅਤੇ ਭੁੱਲਿਆ ਹੋਇਆ, ਮਹਾਰਾਜ ਕਿਰਪਾ ਕਰੋ ਇਹਦੇ 'ਤੇ। ਦਸ਼ਮੇਸ਼ ਪਿਤਾ ਜੀ ਨੇ ਤੀਰਾਂ ਦੇ ਨਾਲ ਹੀ ਫਿਰ ਕਿਹਾ ਵੀ ਨਹੀਂ, ਘੋੜੇ 'ਤੇ ਸਵਾਰ ਹੋ ਕੇ ਅਸੀਂ ਮੈਦਾਨੇ ਜੰਗ ਦੇ ਵਿੱਚ ਜਾਣਾ। ਸਿੱਖਾਂ ਨੇ ਬਹੁਤ ਬੇਨਤੀਆਂ ਕੀਤੀਆਂ, ਮਹਾਰਾਜ ਤੁਸੀਂ ਮੈਦਾਨੇ ਜੰਗ ਦੇ ਵਿੱਚ ਅਸੀਂ ਹੈਗੇ ਹਾਂ, ਇੱਥੋਂ ਹੀ ਤੁਸੀਂ ਤੀਰਾਂ ਦੀ ਵਰਖਾ ਕਰੋ ਮੈਦਾਨੇ ਜੰਗ ਦੇ ਵਿੱਚ। ਗੁਰੂ ਜੀ ਨੇ ਅੰਤਰਜਾਮੀ ਸਤਿਗੁਰੂ ਜੀ ਨੇ ਕਿ ਨਹੀਂ ਅਸੀਂ ਜਾਣਾ। ਤੀਰਾਂ ਦੇ ਨਾਲ ਹੀ ਰਸਤਾ ਬਣਾ ਕੇ ਮਹਾਰਾਜ ਜਦੋਂ ਸਾਹਮਣੇ ਗਏ, ਉਸਦੇ ਆਪਣਾ ਨਜ਼ਰ ਅੱਖਾਂ 'ਚ ਅੱਖਾਂ ਮਿਲੀਆਂ। ਇੱਕ ਤੱਕਣੀ ਮੇਰੇ ਸਤਿਗੁਰ ਦੀ, 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 ਤੱਕਣੀ ਮੇਰੇ ਸਤਿਗੁਰ ਦੀ, ਤੱਕਣੀ ਮੇਰੇ ਸਤਿਗੁਰ ਦੀ, ਇੱਕ ਤੱਕਣੀ ਮੇਰੇ ਸਤਿਗੁਰ ਦੀ। ਲੱਖਾਂ ਪਾਪਾਂ ਨੂੰ ਕੱਟ ਜਾਵੇ, 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 ਲੱਖਾਂ ਪਾਪਾਂ ਨੂੰ ਕੱਟ ਜਾਵੇ। ਤੱਕਣੀ ਮੇਰੇ ਸਤਿਗੁਰ ਦੀ, ਇੱਕ ਤੱਕਣੀ ਮੇਰੇ ਪ੍ਰੀਤਮ ਦੀ, ਇੱਕ ਤੱਕਣੀ ਮੇਰੇ ਸਤਿਗੁਰ ਦੀ, ਇੱਕ ਤੱਕਣੀ ਮੇਰੇ ਪ੍ਰੀਤਮ ਦੀ, ਇੱਕ ਤੱਕਣੀ ਮੇਰੇ ਸਤਿਗੁਰ ਦੀ, ਇੱਕ ਤੱਕਣੀ ਮੇਰੇ ਪ੍ਰੀਤਮ ਦੀ, ਇੱਕ ਤੱਕਣੀ ਮੇਰੇ ਸਤਿਗੁਰ ਦੀ, ਇੱਕ ਤੱਕਣੀ ਮੇਰੇ ਪ੍ਰੀਤਮ ਦੀ। ਜਦੋਂ ਅੰਮ੍ਰਿਤ ਦ੍ਰਿਸ਼ਟੀ ਪਈ, ਸੈਦ ਖਾਂ ਦੇ ਹੱਥੋਂ ਤਲਵਾਰ ਡਿੱਗ ਪਈ,
ਤਨ ਖਵਾਣ ਡਿੱਗ ਪਿਆ। ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਕਿ ਸੈਦ ਖਾਂ ਵਾਰ ਕਰ, ਤੇਰੀ ਇੱਛਾ ਪੂਰੀ ਕਰੀਏ। ਤੂੰ ਕਹਿੰਦਾ ਸੀ ਨਾ ਵੀ ਮੈਂ ਸਾਹਮਣੇ ਵਾਰ ਕਰਨਾ ਹੈ, ਲੜਨਾ ਹੈ, ਪਰੰਤੂ ਤਾਂ ਦੇਖਦਾ ਹੀ ਰਹਿ ਗਿਆ, ਅੱਖਾਂ ਟੱਡੀਆਂ ਹੀ ਰਹਿ ਗਈਆਂ। ਤੀਰ ਕਮਾਨ ਹੱਥੋਂ ਡਿੱਗ ਪਿਆ, ਤਲਵਾਰ ਡਿੱਗ ਪਈ। ਗੁਰੂ ਜੀ ਨੇ ਕਿਹਾ ਵਾਰ ਕਰ। ਕਹਿੰਦਾ ਜੀ ਵਾਰ ਹੁਣ ਕੀ ਕਰਨਾ, ਵਾਰ ਤਾਂ ਹੋ ਚੁੱਕਿਆ ਹੈ। ਕੀ ਵਾਰ ਹੋ ਚੁੱਕਿਆ? ਕਹਿੰਦੇ ਮਹਾਰਾਜ ਤੁਹਾਡੀ ਨਜ਼ਰ ਦਾ, ਤੁਹਾਡੇ ਨੈਣਾਂ ਦਾ ਵਾਰ ਹੋ ਚੁੱਕਿਆ। ਘੋੜੇ ਤੋਂ ਉਤਰਿਆ, ਨਮਸਕਾਰ ਕੀਤੀ, ਜੰਗਲ ਨੂੰ ਚਲਿਆ ਗਿਆ। ਨਾ ਔਰੰਗਜ਼ੇਬ ਕੋਲ ਗਿਆ, ਨਾ ਉਹ ਘਰ ਗਿਆ, ਫਕੀਰ ਬਣ ਗਿਆ। ਮੁੜ ਕੇ ਇਹੋ ਜਿਹੀ ਮਸਤੀ ਚੜ੍ਹੀ ਉਸਨੂੰ, ਇਹਨੂੰ ਕਹਿੰਦੇ ਨੇ ਨਾਨਕ ਨਦਰੀ ਨਦਰ ਨਿਹਾਲ। ਇੱਕ ਨਦਰ ਦੇ ਨਾਲ ਹੀ ਗੁਰੂ ਜੀ ਨੇ ਉਸ ਨੂੰ ਨਿਹਾਲ ਕਰ ਦਿੱਤਾ ਹੈ। ਬੇਨਤੀਆਂ ਪ੍ਰਵਾਨ ਹੋ ਗਈਆਂ ਨੇ ਨਸੀਰਾਂ ਦੀਆਂ, ਬੀਬੀ ਨਸੀਰਾਂ ਦੀਆਂ, ਪੀਰ ਬੁੱਧੂ ਸ਼ਾਹ ਦੀ ਭਗਤੀ। ਅਤੇ ਮੁੜ ਕੇ ਫਿਰ ਜਿਹੜਾ ਹੈਗਾ ਉਹ ਐਂ ਚਲਿਆ ਗਿਆ। ਬਸ ਇਹੋ ਜਿਹੀ ਮਸਤੀ ਉਸ ਨੂੰ ਚੜ੍ਹੀ, ਜੰਗਲ ਨੂੰ ਹੀ ਚਲਿਆ ਗਿਆ ਫਕੀਰ ਬਣ ਕੇ। ਅਤੇ ਮੈਂ ਗੁਰੂ 'ਤੇ ਚੜ੍ਹ ਕੇ ਆਇਆ, ਖੁਦਾ ਦੇ ਨੂਰ ਦੇ ਉੱਤੇ ਬਥੇਰਾ ਸਮਝਾਇਆ ਸੀ। ਭੈਣ ਨੇ ਰਾਤ ਨੂੰ ਸਮਝਾਇਆ ਵੀ ਤੂੰ ਬਹੁਤ ਵੱਡੀ ਗਲਤੀ ਕਰ ਰਿਹਾ, ਬਹੁਤ ਵੱਡੀ ਭੁੱਲ ਕਰ ਰਿਹਾ। ਗੁਰੂ ਖੁਦਾ ਦਾ ਰੂਪ ਹੈ, ਖੁਦਾ ਦਾ ਨੂਰ ਹੈ, ਇਹ ਤੁਹਾਡੀ ਸ਼ਰਧਾ ਹੋਊਗੀ। ਕਹਿੰਦਾ ਤੁਹਾਡੀ ਐਵੇਂ ਤੁਸੀਂ ਕਹੀ ਜਾਂਦੇ ਹੋ, ਫਲਾਣਾ ਕਹੀ ਜਾਂਦੇ, ਵਾਹ ਕਹੀ ਜਾਂਦੇ, ਤੁਹਾਡੀ ਸ਼ਰਧਾ, ਤੁਹਾਡੇ ਅੰਧ ਵਿਸ਼ਵਾਸ ਆ, ਤੁਹਾਨੂੰ ਫਲਾਉਣਾ ਵਾਹ ਹੋਇਆ। ਭੈਣ ਨੇ ਬਥੇਰਾ ਸਮਝਾਇਆ, ਨਹੀਂ ਤੂੰ ਸਮਝ ਨਹੀਂ ਸਕਦਾ, ਤੁਹਾਨੂੰ ਲੋੜ ਆ, ਮੈਨੂੰ ਥੋੜ੍ਹਾ ਸਮਝਣ ਦੀ ਲੋੜ ਆ। ਹੰਕਾਰ ਦੇ ਵਿੱਚ ਬੋਲਦਾ, ਹਮਾਂ ਦੇ ਵਿੱਚ। ਸੋ ਇਹਨੂੰ ਕਹਿੰਦੇ ਨੇ ਨਾਨਕ ਨਦਰੀ ਨਦਰ ਨਿਹਾਲ। ਗੁਰੂ ਨਾਨਕ ਜੀ ਨੇ ਕਿਹਾ ਸੀ, ਜੋ ਸਾਖੀ ਸੁਣਦੇ ਹੋ ਸਾਹਮਣੇ ਸਾਡੇ ਵਾਸਤੇ, ਸਾਨੂੰ ਜੇ ਤੁਸੀਂ ਠੱਗ ਲੋਕ ਸੀਗੇ ਜਿਹੜੇ, ਵੀ ਤੁਸੀਂ ਸਾਨੂੰ ਮਾਰਨਾ ਚਾਹੁੰਦੇ ਹੋ, ਫਿਰ ਤੁਸੀਂ ਸਾਡਾ ਸੰਸਕਾਰ ਵੀ ਕਰ ਦਿਓ। ਕਹਿੰਦੇ ਅਸੀਂ ਕਿਉਂ ਕਰੀਏ? ਮਹਾਰਾਜ ਕਹਿੰਦੇ ਇੰਨਾ ਤਾਂ ਭਾਈ ਬਣਦਾ ਹੀ ਹੈ, ਮਾਰਨਾ ਚਾਹੁੰਦੇ ਮਾਰ ਦਿਓ, ਕੋਈ ਗੱਲ ਨਹੀਂ। ਗੁਰੂ ਜੀ ਨੇ ਭਾਈ ਵਾਲਾ ਉਹਨਾਂ ਨੂੰ ਤਾਰਨਾ ਸੀ। ਵਾਹਿਗੁਰੂ ਵਾਹਿਗੁਰੂ। ਭਾਈ ਵਾਲਾ ਜੀ ਨੂੰ ਵਧੀਆ ਵਸਤਰ ਪਹਿਨਾ ਦਿੱਤੇ, ਮਖਮਲੀ ਸੁੰਦਰ ਵਸਤਰ ਪਹਿਨਾ ਦਿੱਤੇ, ਵਧੀਆ ਵਸਤਰ ਪਹਿਨਾ ਕੇ ਉਹਨੂੰ ਦੇਖਿਆ, ਬੜੇ ਵਧੀਆ ਕੱਪੜੇ ਪਾਏ ਨੇ, ਉਹ ਚੰਗਾ ਪੈਸੇ ਵਾਲੇ ਹੋਣਗੇ, ਚੰਗਾ ਧਨ ਦੌਲਤ ਹੋਵੇਗੀ ਇਹਨਾਂ ਦੇ ਕੋਲ। ਕਦੇ ਕੁਛ ਖਾਣ ਵਾਸਤੇ ਲਿਆਉਂਦੇ ਨੇ, ਕਦੇ ਕੁਛ। ਮਰਦਾਨਾ ਜੀ ਕਹਿੰਦਾ ਬੜੀ ਸੇਵਾ ਕਰਦੇ ਨੇ, ਬੜੀ ਆਓ ਭਗਤ ਕਰਦੇ ਨੇ, ਬੜੇ ਜੀ ਆਏ ਨੂੰ, ਬੜੇ ਤਾਂ ਬੜੇ ਆਓ ਜੀ, ਆਪਣਾ ਮੰਜੇ ਡਾਹੇ ਪਏ ਨੇ, ਬੈਠ ਜਾਓ, ਆਓ ਜੀ ਬਿਸਤਰੇ ਲਾਗੇ ਸੋ ਜਾਓ, ਆਹੋ ਜੀ ਖੀਰ ਛਕ ਲਓ, ਦੁੱਧ ਪੀ ਲਓ। ਮਹਾਰਾਜ ਹਰ ਗੱਲ ਨੂੰ ਜਵਾਬ ਦੇਈ ਜਾਂਦੇ ਨੇ, ਭਾਈ ਠੀਕ ਹੈ ਇਤਨੇ। ਮਰਦਾਨਾ ਕਹਿੰਦਾ ਮਹਾਰਾਜ ਹਰ ਚੀਜ਼ ਨੂੰ ਜਵਾਬ ਦੇਈ ਜਾਂਦੇ, ਤੁਹਾਨੂੰ ਭੁੱਖ ਨਹੀਂ ਤਾਂ ਮੈਨੂੰ ਛਕ ਲੈਣ ਦਿਓ। ਮਹਾਰਾਜ ਕਹਿੰਦੇ ਇਹਨਾਂ ਦੀ ਹਰ ਚੀਜ਼ ਵਿੱਚ ਜ਼ਹਿਰ ਮਿਲਾਈ ਹੋਈ ਹੈ, ਖੀਰ ਹੈ ਭਾਵੇਂ ਦੁੱਧ ਆ, ਕੁਛ ਵੀ ਆ, ਖਾਣਾ ਵੀ ਖਾ ਲੈਣਗੇ, ਮਰ ਜਾਣਗੇ। ਕੱਪੜਿਆਂ ਤੱਕ ਵੀ ਇਹਨਾਂ ਦੀ ਜ਼ਹਿਰ ਮਿਲਾਈ ਹੋਈ ਹੈ। ਇਹ ਚਾਹੁੰਦੇ ਨੇ ਸੌਂ ਜਾਣਾ, ਜਦੋਂ ਇਹਨਾਂ ਨੂੰ ਜਿਹੜਾ ਹੈ ਇਹਨਾਂ ਦਾ ਕੋਟਾ ਚਿੱਤ ਕਰੀਏ। ਇਹਨਾਂ ਦੇ ਮਨ ਵਿੱਚ ਇਹ ਹੈ ਵੀ ਕਦੋਂ ਮਾਰੀਏ ਇਹਨਾਂ ਨੂੰ, ਸੌਣ ਤਾਂ ਸਹੀ, ਇੱਕ ਵਾਰੀ ਅੱਖ ਲੱਗੇ ਇਹਨਾਂ ਦੀ। ਮਰਦਾਨਾ ਮਹਾਰਾਜ ਫਿਰ ਨਹੀਂ ਕੁਛ ਵੀ ਖਾਂਦੇ। ਇਸ ਤਰ੍ਹਾਂ ਹੀ ਸਾਰੀ ਰਾਤ ਜਿਹੜੇ ਹਨ ਕੱਟੀ ਬੈਠਿਆਂ ਹੀ, ਮਰਦਾਨਾ ਵੀ ਬੈਠਾ ਰਿਹਾ ਭਾਈ ਵਾਲਾ ਜੀ। ਜਦੋਂ ਸਵੇਰ ਦਾ ਵੇਲਾ ਹੁੰਦਾ ਫਿਰ ਪਤਾ ਹੀ ਕਿੰਨੇ ਵਜੇ ਸਭ ਸੌਂ ਜਾਂਦੇ ਨੇ। ਫਿਰ ਸਵੇਰ ਦੇ ਵੇਲੇ ਇਹੋ ਜਿਹੀ ਉਹਨਾਂ 'ਤੇ ਮਾਇਆ ਪਈ, ਮਹਾਰਾਜ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ, ਸਾਰੇ ਹੀ ਸੌਂ ਗਏ। ਉਹਨਾਂ ਨੂੰ ਸੁੱਤੇ ਪਿਆ ਛੱਡ ਕੇ ਮਹਾਰਾਜ ਫਿਰ ਆਪਣਾ ਗਏ। ਫਿਰ ਉਹਨਾਂ ਦੀ ਆਵਾਜ਼ ਚੱਕ ਖੁੱਲ੍ਹੀ, ਫਿਰ ਆਪਣਾ ਦੌੜੇ, ਮਹਾਰਾਜ ਨੂੰ ਟੋਲਿਆ, ਆਖਿਆ ਰੁਕ ਜਾਓ ਉੱਥੇ, ਕਿਵੇਂ ਜਾਣ ਦੇ ਦੇਵਾਂਗੇ, ਕਿਵੇਂ ਚਲੇ ਜਾਓਗੇ ਤੁਸੀਂ, ਫਲਾਣਾ ਵਾ। ਘੇਰ ਲਿਆ, ਐਵੇਂ ਸੱਤ ਦਾ ਕੋਈ ਬਚ ਕੇ ਸੁੱਕਾ ਨਿਕਲਿਆ ਨਹੀਂ ਹੈਗਾ, ਮਾਰ ਦੇਵਾਂਗੇ, ਐਂ ਕਰ ਦੇਵਾਂਗੇ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਚਲੋ ਭਾਈ ਮਾਰਨਾ ਮਾਰ ਦਿਓ, ਫਿਰ ਸਾਡਾ ਸੰਸਕਾਰ ਤਾਂ ਕਰਿਓ ਨਾ, ਸੰਸਕਾਰ ਕਰਿਓ ਜ਼ਰੂਰ ਸਾਡਾ। ਇੱਕ ਗੱਲ ਹੈ ਸਾਹਮਣੇ ਦੇਖੋ, ਉਹ ਦੇਖੋ ਸਾਹਮਣੇ ਸਿਵਾ ਜਗਦਾ ਹੈ, ਉੱਥੋਂ ਅੱਗ ਲੈ ਆਓ ਜਾ ਕੇ ਪਹਿਲਾਂ। ਕਹਿੰਦੇ ਅੱਛਾ ਮਤਲਬ ਤੁਸੀਂ ਨਿਕਲ ਜਾਓ, ਪਹਿਲਾਂ ਹੀ ਮਸਾਂ ਹੱਥ ਆਏ ਹੋ। ਫਿਰ ਕੋਈ ਹਥਿਆਰਬੰਦ ਉੱਥੇ ਪਹਿਰਾ ਲਾ ਕੇ 2 ਜਣੇ ਚਲੇ ਗਏ। ਅੱਗੇ ਦੇਖਿਆ ਸਿਵਾ ਜਗਦਾ ਬੰਦਾ,
ਸੀਗਾ ਕੋਈ ਮਰਿਆ ਬੰਦਾ, ਜੋ ਉਹਦੀਆਂ ਕੁੱਟਾਂ ਪੈ ਰਹੀਆਂ, ਮਾਰਾਂ ਪੈ ਰਹੀਆਂ, ਮਾਰ ਮਾਰ ਕੇ ਪਾਪੀ ਬੰਦਾ ਕੂਕਾਂ ਮਾਰ ਰਿਹਾ, ਚੀਕਾਂ ਮਾਰ ਰਿਹਾ। ਇਹੀ ਜਿਹੀ ਹਾਲਤ ਜਮਦੂਤ ਉਹਨਾਂ ਨੂੰ ਮਾਰ ਰਹੇ ਨੇ ਬਹੁਤ ਜ਼ਿਆਦਾ। ਕੂਕਾਂ ਪੈਂਦੀਆਂ ਜਾਣ ਰਸਤੇ ਦਰਗਾਹ ਦੇ, ਕੂਕਾਂ ਪੈਂਦੀਆਂ ਜਾਣ ਰਸਤੇ ਦਰਗਾਹ ਦੇ, ਕੂਕਾਂ ਪੈਂਦੀਆਂ ਜਾਣ ਰਸਤੇ ਦਰਗਾਹ ਦੇ, ਕੂਕਾਂ ਪੈਂਦੀਆਂ ਜਾਣ ਰਸਤੇ ਦਰਗਾਹ ਦੇ। ਇੰਨੇ ਨੂੰ ਜਿਹੜਾ ਹੈਗਾ ਇਹ ਜਾ ਕੇ ਉੱਥੇ ਦੇਵਗਣ ਆ ਗਏ, ਭਗਵਾਨ ਲੈ ਕੇ ਆ ਗਏ। ਉਹ ਤਾਂ ਹੁਣ ਬਿਠਾ ਲਿਆ, ਉਸੇ ਨੂੰ ਇਹ ਬਿਠਾਇਆ, ਭਗਵਾਨ ਦੇ ਵਿੱਚ ਬਿਠਾਇਆ। ਉਹਦੀ ਤਾਂ ਲੱਗੀ ਆ ਉਹ ਭਗਤ ਹੋਣ ਸਾਰੇ, ਅਤੇ ਜਮਗਣ ਤਾਂ ਭੱਜ ਗਏ, ਦੇਵਗਣ ਰਹਿ ਗਏ, ਅਤੇ ਬੜੇ ਸਤਿਕਾਰ ਦੇ ਨਾਲ ਉਸ ਨੂੰ ਲਿਜਾਣ ਲੱਗੇ। ਫਿਰ ਇਹ ਬੜੇ ਹੈਰਾਨ ਹੋਏ, ਬੜੀ ਕਮਾਲ ਦੀ ਗੱਲ ਆ ਭਾਈ। ਅੱਗ ਲੈ ਕੇ ਮੁੜੇ, ਅੱਗ ਤਾਂ ਲੈ ਕੇ ਚੱਲੀਏ, ਪੁੱਛ ਕਿਉਂ ਬੜੀ ਪਹਿਲਾਂ ਤਾਂ ਕੁੱਟ ਪੈ ਰਹੀ ਸੀ, ਇੰਨੀ ਮਾਰ ਪੈ ਰਹੀ ਸੀ, 1 ਲੱਖ 'ਤੇ ਕਿਉਂ ਬਦਲ ਗਿਆ ਸਾਰਾ ਕੁਛ ਹੀ। ਅਤੇ ਗੱਲਾਂ ਬਾਤਾਂ ਵੀ, ਉਹ ਲੜਾਈ ਵੀ ਹੁੰਦੀ ਹੈ, ਕਿਉਂ ਵੀ ਕੀ ਗੱਲ ਹੁਣ ਤੁਹਾਨੂੰ ਇੰਨੀ ਕੁੱਟਮਾਰ ਹੋ ਰਹੀ ਹੈ। ਕਹਿੰਦੇ ਬਈ ਪਾਪੀ ਬੰਦਾ ਸੀ, ਗੁਨਾਹ ਕਰਨ ਵਾਲਾ, ਪਰੰਤੂ ਕੀ ਹੋਇਆ ਹੈ ਵੀ ਇਹ ਜਿਹੜਾ ਇਹਦੀ ਚਿਖਾ ਦੇ ਉੱਤੇ, ਇਹਦੇ ਉੱਤੇ ਗੁਰੂ ਨਾਨਕ ਦੀ ਨਜ਼ਰ ਪੈ ਗਈ ਹੈ, ਨਜ਼ਰ ਪੈ ਗਈ ਹੈ, ਨਿਗਾਹ ਪੈ ਗਈ ਹੈ। ਦੂਰ ਤੋਂ ਹੀ ਨਿਗਾਹ ਪੈਣ ਦੇ ਨਾਲ ਹੀ ਨਰਕਾਂ ਨੂੰ ਜਾਂਦਾ। ਇੰਨੀਆਂ ਕੁੱਟਾਂ ਮਹਿਰਾਂ ਬਦਲ ਗਈਆਂ, ਸੇਵਾ 'ਚ ਬਦਲ ਗਈਆਂ ਉਹ ਤਾਂ ਸਾਰੀਆਂ। ਕੌਣ ਹੈ ਗੁਰੂ ਨਾਨਕ? ਕਹਿੰਦੇ ਉਹੀ ਨੇ ਗੁਰੂ ਨਾਨਕ, ਜਿਹਨਾਂ ਨੂੰ ਮਾਰਨ ਵਾਸਤੇ ਤਿਆਰੀਆਂ ਕਰ ਰਹੇ ਹੋ, ਸੰਸਕਾਰ ਕਰਨ ਦੀਆਂ ਤਿਆਰੀਆਂ ਕਰਦੇ ਹੋ, ਅੱਗ ਲੈਣ ਵਾਸਤੇ ਆਏ ਹੋ, ਉਹੀ ਗੁਰੂ ਨਾਨਕ ਨੇ। ਫਿਰ ਮਹਾਰਾਜ ਦੇ ਚਰਨੀ ਡਿੱਗੇ। ਸਾਖੀ ਕਈ ਵਾਰੀ ਸੁਣੀ ਹੈ। ਸੱਚੇ ਪਾਤਸ਼ਾਹ ਬਖਸ਼ੋ, ਕਿਰਪਾ ਕਰੋ। ਇਹਨੂੰ ਕਹਿੰਦੇ ਨੇ ਨਾਨਕ ਨਦਰੀ ਨਦਰ ਨਿਹਾਲ, 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 ਨਾਨਕ ਨਦਰੀ ਨਦਰ ਨਿਹਾਲ। ਜਿਨ ਕੋ ਨਦਰ ਕਰਮ ਤਿਨ ਕਾਰ, 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 ਜਿਨ ਕੋ ਨਦਰ ਕਰਮ ਤਿਨ ਕਾਰ। ਨਾਨਕ ਨਦਰੀ ਨਦਰ ਨਿਹਾਲ, 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 ਨਾਨਕ ਨਦਰੀ ਨਦਰ ਨਿਹਾਲ। ਘੜੀਐ ਸਭ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਅਕਾਲ ਪੁਰਖ ਦੀ ਨਜ਼ਰ ਜਿਨ੍ਹਾਂ ਤੇ ਹੋ ਜਾਂਦੇ ਹੋਏ, ਨਜ਼ਰ ਨਿਗਾਹ ਦੇ ਨਾਲ ਹੀ ਗੁਰੂ ਦੀ ਸੰਗਤ ਦੀ ਵੀ ਨਜ਼ਰ ਹੁੰਦੀ ਹੈ ਭਾਈ। ਗੁਰੂ ਦੀ ਨਜ਼ਰ, ਗੁਰਮੁਖਾਂ ਦੀ ਨਜ਼ਰ, ਗੁਰੂ ਦੀ ਨਜ਼ਰ, ਅਕਾਲ ਪੁਰਖ ਦੀ ਨਜ਼ਰ ਜਿਹੜੀ ਹੈ, ਜਿਵੇਂ ਚਰਨ ਧੂੜ ਹੁੰਦੀ ਹੈ, ਚਰਨਾਂ ਦੇ ਨਾਲ ਕਿਰਪਾ ਦ੍ਰਿਸ਼ਟੀ ਨਜ਼ਰ ਦੇ ਨਾਲ, ਅੱਖਾਂ ਦੁਆਰਾ, ਚਰਨਾਂ ਦੁਆਰਾ, ਕਰ ਕਮਲਾਂ ਦੁਆਰਾ ਜਿਹੜੀ ਇਸ ਤਰ੍ਹਾਂ ਜਿਹੜੀ ਹੈ ਬਖਸ਼ਿਸ਼ ਜਿਹੜੀ ਹੈ ਪ੍ਰਾਪਤ ਹੁੰਦੀ ਹੈ। ਸੋ ਗੁਰੂ ਮਹਾਰਾਜ ਜੀ ਧੰਨ ਗੁਰੂ ਨਾਨਕ ਜੀ ਕਹਿੰਦੇ ਹਨ 38ਵੀਂ ਪੌੜੀ ਦੇ ਵਿੱਚ ਕਿ ਫਿਰ ਨਜ਼ਰੀ ਨਜ਼ਰ ਨਿਹਾਲ ਜਿਹੜੀ ਆ ਬਖਸ਼ਿਸ਼ ਹੋ ਜਾਂਦੀ ਹੈ ਨਜ਼ਰ ਦੇ ਨਾਲ ਹੀ। ਸੋ ਇੱਥੇ ਅੱਜ ਦੀ ਕਥਾ ਦੀ ਜਿਹੜੀ ਹੈ ਵਿਚਾਰ ਦੀ ਸਮਾਪਤੀ ਹੈ। ਅੱਖਰ ਵਾਧੇ ਘਾਟੇ ਸਤਿਗੁਰ ਸੱਚੇ ਪਾਤਸ਼ਾਹ ਮਾਫ਼ ਕਰਨ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਿਸ਼ ਕਰਨ, ਸਿੱਖੀ ਤੇ ਭਰੋਸਾ ਨਾਮਦਾਨ ਬਖਸ਼ਿਸ਼ ਕਰਨ। ਸ਼ਲੋਕ ਰਹਿ ਗਿਆ, ਉਹਦੀ ਵਿਚਾਰ ਅਗਲੇ ਸਮੇਂ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਬਾਕੀ ਜਿਹੜੀ ਹੈ ਜਪਜੀ ਸਾਹਿਬ ਦੀ ਵਿਚਾਰ ਹੋ ਚੁੱਕੀ ਹੈ। ਸ਼ਲੋਕ ਦੀ ਜਿਹੜੀ ਵਿਚਾਰ ਆ ਉਹ ਫਿਰ ਹੋਵੇਗੀ। ਸਤਿਗੁਰ ਸੱਚੇ ਪਾਤਸ਼ਾਹ ਮਾਫ਼ ਕਰਨ, ਭੁੱਲਾਂ ਚੁੱਕਾਂ ਦੀ ਮਾਫ਼ੀ, ਸਿੱਖੀ ਤੇ ਭਰੋਸਾ ਨਾਮ ਦੀਆਂ ਦਾਤਾਂ ਮਿਹਰ ਕਰਨ, ਕਿਰਪਾ ਕਰਨ ਸੱਚੇ ਪਾਤਸ਼ਾਹ।
ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ। ਜਿਨ ਕੋ ਨਦਰ ਕਰਮ ਤਿਨ ਕਾਰ। ਨਾਨਕ ਨਦਰੀ ਨਦਰ ਨਿਹਾਲ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸ਼ਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।